ਜਦ ਮੈਂ ਵੱਡਾ ਹੋ ਰਿਹਾ ਸੀ ਮੈਂ ਪ੍ਰਾਰਥਨਾ ਕਰਨ ਤੋਂ ਕਤਰਾਉਂਦਾ ਸੀ। ਹਾਲਾਂਕਿ ਮੈਂ ਪ੍ਰਾਰਥਨਾ ਨਾਲ ਘਿਰਿਆ ਹੋਇਆ ਸੀ। ਸਕੂਲ 'ਚ ਸਾਨੂੰ ਅਸੈਂਬਲੀ 'ਚ ਪ੍ਰਾਰਥਨਾ ਕਰਨੀ ਪੈਂਦੀ ਸੀ, ਜੋ ਹਰ ਕੋਈ ਮੂੰਹ ਜ਼ਬਾਨੀ ਬੋਲਦਾ ਸੀ। ਪਰ ਇਮਾਨਦਾਰੀ ਨਾਲ ਕਹਾਂ ਤਾਂ ਜ਼ਿਆਦਾਤਰ ਸਮਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿਸ ਬਾਰੇ ਪ੍ਰਾਰਥਨਾ ਕਰ ਰਹੇ ਹਾਂ। ਘਰ 'ਚ ਮੇਰਾ ਪਰਿਵਾਰ ਹਰ ਗੱਲ ਲਈ ਪ੍ਰਾਰਥਨਾ ਕਰਦਾ ਸੀ। ਲੋਗੋ ਦਾ ਕੋਈ ਟੁਕੜਾ ਗਵਾਚ ਜਾਏ, ਪਾਰਕਿੰਗ ਲਈ, ਖਾਣੇ ਦੇ ਸਮੇਂ, ਅਲਬੱਤਾ ਕਿਸੇ ਕਾਰਨ ਬ੍ਰੇਕਫਾਸਟ ਤੇ ਨਹੀਂ। ਮੈਨੂੰ ਸੱਚਮੁੱਚ ਪਤਾ ਨਹੀਂ ਕਿ ਕਿਉਂ ਸੀ। ਮੈਂ ਸੋਚਿਆ ਸ਼ਾਇਦ ਪਰਮੇਸ਼ਰ ਛੇਤੀ ਨਾ ਉੱਠਦੇ ਹੋਣ। ਕੇਵਲ ਇੱਕੋ ਵੇਲੇ ਮੈਂ ਪ੍ਰਾਰਥਨਾ ਕਰਨਾ ਚਾਹੁੰਦਾ ਸੀ ਜਦ ਮੈਂ ਕਿਸੇ ਮੁਸੀਬਤ 'ਚ ਹੁੰਦਾ ਜਾਂ ਫਿਰ ਜਦ ਮੈਨੂੰ ਕਿਸੇ ਮਦਦ ਦੀ ਲੋੜ ਹੁੰਦੀ। प्रार्थना संसार भर च एक कुदरती एहसास है। ज्यादातर लोग अपने जीवन की किसी घड़ी किसी पल प्रार्थना करते ने। ਯीशੂ ਜਦ ਆਪਣੇ ਚੇਲਿਆਂ ਨਾਲ ਗੱਲ ਕਰਦੇ ਨੇ ਉਹ ਕਹਿੰਦੇ ਨੇ ਜਦ ਤੁਸੀਂ ਪ੍ਰਾਰਥਨਾ ਕਰੋ, ਨਾ ਕਿ ਜੇ ਤੁਸੀਂ ਪ੍ਰਾਰਥਨਾ ਕਰੋ। ਤਾਂ ਉਹ ਇੱਕ ਤਰੀਕੇ ਨਾਲ ਮੰਨ ਕੇ ਚੱਲਦੇ ਨੇ ਕਿ ਸਾਰੇ ਪ੍ਰਾਰਥਨਾ ਕਰਨਗੇ। ਤੇ ਜੇ ਅਸੀਂ ਇਸ ਬਾਰੇ ਸੋਚੀਏ, ਜੇ ਯੀਸ਼ੂ ਮੌਜੂਦ ਹਨ ਤੇ ਉਹਨਾਂ ਨੇ ਸਾਨੂੰ ਆਪਣੇ ਨਾਲ ਰਿਸ਼ਤਾ ਰੱਖਣ ਲਈ ਬਣਾਇਆ ਹੈ ਤਾਂ ਉਹਨਾਂ ਨਾਲ ਗੱਲ ਕਰਨਾ ਸੰਸਾਰ ਦੀ ਸਭ ਤੋਂ ਸੁਭਾਵਿਕ ਗੱਲ ਹੈ। ਹਾਂ, ਅਤੇ ਸਾਡੇ ਸਾਰੇ ਰਿਸ਼ਤੇ ਸੰਪਰਕ ਤੇ ਆਧਾਰਿਤ ਹਨ। ਜਦ ਲੋਕ ਇਹ ਸਿੱਖ ਲੈਂਦੇ ਨੇ ਕਿ ਕਿਵੇਂ ਚੰਗੀ ਤਰ੍ਹਾਂ ਸੰਪਰਕ ਕਰਨਾ ਹੈ, ਫਿਰ ਉਹਨਾਂ ਦੇ ਰਿਸ਼ਤੇ ਵੱਧਦੇ ਅਤੇ ਫਲਦਾਈ ਹੁੰਦੇ ਨੇ। हर दिन ਹਫ਼ਤੇ 'ਚ 2 ਵਾਰੀ। हाँ, बहुत ज्यादा। मैं नहीं करता। ਮੈਂ ਕਰਦਾ ਸੀ ਪਰ ਹੁਣ ਨਹੀਂ। ਹਾਲਾਂਕਿ ਮੈਂ ਬਹੁਤ ਕੁਝ ਚਾਹੁੰਦਾ ਹਾਂ ਪਰ ਦੇਖਿਆ ਜਾਏ ਸੱਚੀ ਮੁੱਚੀ ਦੱਸਾਂ, ਬਿਲਕੁਲ ਨਹੀਂ। ਮੈਂ ਪ੍ਰਾਰਥਨਾ ਤੇ ਸੱਚਮੁੱਚ ਨਹੀਂ ਕਰਦੀ। मैं एक तरह नाल गल्लां ते ध्यान लानी आ। ਆਪਣੇ ਤਰੀਕੇ ਨਾਲ। ਹਾਂ, ਫਿਰ ਮੇਰੇ ਖਿਆਲ ਜੇ ਮੈਂ ਸੱਚਮੁੱਚ ਡਰੀ ਹੋਈ ਹੋਵਾਂ ਜਾਂ ਮੈਨੂੰ ਸੱਚੀ ਮੁੱਚੀ ਕੁਝ ਚਾਹੀਦਾ ਹੋਵੇ ਤਾਂ ਮੈਂ ਪ੍ਰਾਰਥਨਾ ਕਰਦੀ ਆ। ਮਦਦ ਲਈ ਹੋਰ ਪਰਮੇਸ਼ਵਰ ਨਾਲ ਗੱਲ ਕਰਨ ਲਈ। ਚੀਜ਼ਾਂ ਲਈ ਉਮੀਦ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਖਾਸ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦਾ। ਮੈਂ ਹਰ ਦਿਨ ਪ੍ਰਾਰਥਨਾ ਕਰਦਾ ਹਾਂ। ਮੈਂ ਉਦੋਂ ਵੀ ਪ੍ਰਾਰਥਨਾ ਕਰਦਾ ਜਦੋਂ ਹਾਲਾਤ ਠੀਕ ਚੱਲ ਰਹੇ ਹੋਣ ਜਾਂ ਹਾਲਾਤ ਖਰਾਬ ਚੱਲ ਰਹੇ ਹੋਣ। मैं किसी वेले ਵੱਲ ਪ੍ਰਾਰਥਨਾ ਕਰਦਾ ਹਾਂ। ਹਾਲਾਂਕਿ ਇਸ ਰਾਹੀਂ ਮੈਂ ਬਹੁਤ ਸਾਰੇ ਸਵਾਲ ਖੜੇ ਕਰਦਾ ਹਾਂ ਅਤੇ ਮੈਂ ਸ਼ੱਕ ਕਰਦਾ ਹਾਂ, ਪਰ ਹੁਣ ਵੀ ਮੈਂ ਅਕਸਰ ਪ੍ਰਾਰਥਨਾ ਕਰਦੇ ਵੇਖਦਾ ਹਾਂ। ਮਸੀਹੀ ਹੋਣ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਇੱਕ ਵਾਰੀ, ਇਹ ਮੇਰੇ ਵਿਚਕਾਰ ਦੇ ਸਾਲ ਸਨ, ਸਕੂਲ ਅਤੇ ਯੂਨੀਵਰਸਿਟੀ ਦੇ ਵਿਚਕਾਰ ਦੇ। ਮੈਂ 17 ਸਾਲਾਂ ਦਾ ਸਾਂ ਅਤੇ ਮੈਂ ਪੂਰੇ ਯੂਨਾਈਟਿਡ ਸਟੇਟਸ ਦੀ ਯਾਤਰਾ ਕਰ ਰਿਹਾ ਸਾਂ ਗ੍ਰੇ ਹਾਊਂਡ ਬੱਸ ਰਾਹੀਂ ਰੋਵਰ ਟਿਕਟ ਉੱਤੇ, ਅਤੇ ਮੇਰਾ ਸਾਰਾ ਸਮਾਨ ਗਵਾਚ ਗਿਆ। ਉਹ ਚੋਰੀ ਹੋ ਗਿਆ। ਮੇਰਾ ਰਕਸੈਕ ਚੋਰੀ ਹੋ ਗਿਆ, ਮੇਰੇ ਸਾਰੇ ਕੱਪੜੇ ਅਤੇ ਪੈਸਿਆਂ ਸਮੇਤ। ਮੇਰੇ ਕੋਲ ਬਸ ਬਚਿਆ ਸੀ ਮੇਰਾ ਪਾਸਪੋਰਟ ਅਤੇ ਮੇਰਾ ਗ੍ਰੇ ਹਾਊਂਡ ਬੱਸ ਟਿਕਟ। ਮੈਂ ਗਿਆ ਅਤੇ ਮੈਂ 10 ਦਿਨ ਗੁਜ਼ਾਰੇ ਕੀ ਵੈਸਟ ਵਿੱਚ ਇੱਕ ਹਿੱਪੀ ਕਲੋਨੀ ਵਿੱਚ ਰਹਿ ਕੇ, ਅਤੇ ਫਿਰ ਮੈਂ ਹਰ ਰਾਤ 500 ਮੀਲ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਗ੍ਰੇ ਹਾਊਂਡ ਬੱਸ ਨੂੰ ਆਪਣੇ ਹੋਟਲ ਦੇ ਰੂਪ ਵਿੱਚ ਇਸਤੇਮਾਲ ਕੀਤਾ। ਮੈਂ ਰਾਤੀ ਚੜ੍ਹ ਜਾਂਦਾ ਅਤੇ 10 ਘੰਟੇ ਸੌਂਦਾ, ਜਾਗਦਾ 500 ਮੀਲ ਦੂਰ ਕਿਸੇ ਹੋਰ ਸ਼ਹਿਰ ਵਿੱਚ, ਅਤੇ ਪੂਰਾ ਦਿਨ ਗੁਜ਼ਾਰਦਾ ਉਸ ਸ਼ਹਿਰ 'ਚ ਪੈਦਲ ਚਲਦੇ ਚਲਦੇ ਆਪਣੇ ਆਪ ਇਕੱਲੇ। ਮੈਂ ਇੰਨਾ ਇਕੱਲਾ ਸੀ ਅਤੇ ਅਖੀਰ 'ਚ, ਹਾਲਾਂਕਿ ਮੈਂ ਇੱਕ ਨਾਸਤਿਕ ਸਾਂ, ਮੈਂ ਪ੍ਰਾਰਥਨਾ ਕੀਤੀ ਕਿ ਮੈਂ ਕਿਸੇ ਅਜਿਹੇ ਬੰਦੇ ਨੂੰ ਮਿਲਾਂ ਜੋ ਮੇਰਾ ਵਾਕਿਫ ਹੋਵੇ। ਅਤੇ ਅਗਲੀ ਸਵੇਰ ਮੈਂ ਇੱਕ ਬੱਸ ਤੇ ਚੜ੍ਹਿਆ ਫੀਨਿਕਸ ਵਿੱਚ ਕਿਸੇ ਦੂਰ ਦਰਾਜ਼ ਥਾਂ ਤੇ ਜਾਣ ਲਈ, ਐਰੀਜ਼ੋਨਾ ਵਿੱਚ, ਅਤੇ ਮੈਨੂੰ ਕੋਈ ਨਜ਼ਰ ਆਇਆ ਜਿਸ ਨੂੰ ਮੈਂ ਜਾਣਦਾ ਸਾਂ। ਮੇਰੇ ਸਕੂਲ ਦਾ ਇੱਕ ਪੁਰਾਣਾ ਦੋਸਤ ਜਿਸ ਦਾ ਨਾਂ ਸੀ ਐਂਡੀ। ਤੇ ਮੈਂ ਬਸ ਆਖਿਆ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ, ਐਂਡੀ ਹੁਣੇ ਵੀ ਮੇਰਾ ਦੋਸਤ ਹੈ। ਅਤੇ ਉਹ ਜਦ ਵੀ ਮੈਨੂੰ ਦੇਖਦਾ ਸੀ ਉਹ ਆਖਦਾ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ। ਉਹਨੇ ਮੈਨੂੰ ਕੁਝ ਪੈਸੇ ਉਧਾਰ ਦਿੱਤੇ ਤੇ ਲੱਗਦਾ ਮੈਂ ਉਹ ਜੁਰਾਬਾਂ ਤੇ ਖਰਚ ਕਰ ਦਿੱਤੇ। ਮੈਂ ਸੱਚਮੁੱਚ ਇਸ ਨੂੰ ਕੁਝ ਜ਼ਿਆਦਾ ਤੂਲ ਨਹੀਂ ਦਿੱਤੀ। ਮੈਂ ਬਸ ਇਸ ਨੂੰ ਇਤਫਾਕ ਦੇ ਖਾਤੇ ਵਿੱਚ ਪਾ ਦਿੱਤਾ। ਪਰ ਪਿਛਲੇ 40 ਸਾਲਾਂ ਵਿੱਚ ਪ੍ਰਾਰਥਨਾ ਮੇਰੇ ਜੀਵਨ 'ਚ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਬਣ ਗਈ ਹੈ। ਇਹ ਨਹੀਂ ਹੈ ਕਿ ਮੈਨੂੰ ਇਸ 'ਚ ਮਹਾਰਤ ਹਾਸਿਲ ਹੈ। ਮੈਂ ਹੁਣ ਵੀ ਪ੍ਰਾਰਥਨਾ ਨੂੰ ਕਾਫੀ ਮੁਸ਼ਕਿਲ ਮਹਿਸੂਸ ਕਰਦਾ। ਜਦ ਮੈਂ ਪ੍ਰਾਰਥਨਾ ਕਰਨ ਲੱਗਦਾ ਤਾਂ ਇਹ ਸਾਰੇ ਧਿਆਨ ਵੰਡਾਉਣ ਵਾਲੇ ਵਿਚਾਰ, ਮੇਰਾ ਮਨ ਭਟਕਦਾ ਰਹਿੰਦਾ ਹੈ ਸਾਰੀ ਥਾਂ, ਅਤੇ ਅਕਸਰ ਜ਼ਿੰਦਗੀ ਦੀਆਂ ਮਸਰੂਫੀਅਤਾਂ ਵਿੱਚ ਪ੍ਰਾਰਥਨਾ ਲਈ ਸਮਾਂ ਕੱਢਣਾ ਔਖਾ ਹੈ। ਪਰ ਮੈਨੂੰ ਪ੍ਰਾਰਥਨਾ ਕਰਨਾ ਪਸੰਦ ਹੈ। ਇੰਜ ਕਿਉਂ ਹੈ? ਖੈਰ, ਪ੍ਰਾਰਥਨਾ ਸਾਡੇ ਜੀਵਨ ਵਿੱਚ ਸਭ ਤੋਂ ਅਹਿਮ ਕੰਮ ਹੈ। ਅਸਲ 'ਚ ਇਹੋ ਹੀ ਉਹ ਮੁੱਖ ਮਕਸਦ ਹੈ ਜਿਸ ਲਈ ਤੁਸੀਂ ਬਣਾਏ ਗਏ ਹੋ, ਕਿਉਂਕਿ ਤੁਸੀਂ ਬਣਾਏ ਗਏ ਹੋ ਪਰਮੇਸ਼ਵਰ ਨਾਲ ਇੱਕ ਰਿਸ਼ਤਾ ਰੱਖਣ ਲਈ। ਅਤੇ ਇਸ ਰਿਸ਼ਤੇ 'ਚ ਤੁਸੀਂ ਸੰਪਰਕ ਕਿਵੇਂ ਕਾਇਮ ਕਰਦੇ ਹੋ? ਪ੍ਰਾਰਥਨਾ ਦੁਆਰਾ। ਅਤੇ ਜੇ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਅਤੇ ਤੁਸੀਂ ਉਹਨਾਂ ਨਾਲ ਸਮਾਂ ਗੁਜ਼ਾਰਨਾ ਚਾਹੁੰਦੇ ਹੋ, ਉਸ ਰਿਸ਼ਤੇ 'ਚ ਵਧਣਾ ਚਾਹੁੰਦੇ ਹੋ, ਇਸੇ ਤਰ੍ਹਾਂ ਅਸੀਂ ਵਧਦੇ ਹਾਂ ਪਰਮੇਸ਼ਵਰ ਨਾਲ ਆਪਣੇ ਰਿਸ਼ਤੇ ਵਿੱਚ। ਰਸੂਲ ਪੌਲੁਸ ਨੇ ਲਿਖਿਆ ਹੈ, ਉਸ ਦੇ ਰਾਹੀਂ ਯਾਨੀ ਯੀਸੂ ਅਸੀਂ ਦੋਵੇਂ ਜੋ ਹਨ ਯਹੂਦੀ ਅਤੇ ਦੂਜੀਆਂ ਜਾਤੀਆਂ, ਉਸ ਜ਼ਮਾਨੇ 'ਚ ਇਹੋ ਪੂਰੀ ਦੁਨੀਆ ਸਮਝੀ ਜਾਂਦੀ ਸੀ, ਪਿਤਾ ਤੱਕ ਪਹੁੰਚ ਸਕਦੇ ਹਾਂ
ਇੱਕ ਆਤਮਾ ਦੁਆਰਾ, ਪਵਿੱਤਰ ਆਤਮਾ ਦੁਆਰਾ। ਇਸ ਲਈ ਮਸੀਹੀ ਪ੍ਰਾਰਥਨਾ ਹੈ ਪਿਤਾ ਦੇ ਵੱਲ। ਇਸ ਤੋਂ ਪਹਿਲਾਂ ਕਿ ਮੈਂ ਮਸੀਹੀ ਬਣਿਆ, ਜੇ ਮੈਂ ਪਰਮੇਸ਼ਵਰ ਬਾਰੇ ਸੋਚਦਾ ਤਾਂ ਮੈਂ ਸੋਚਦਾ ਕਿ ਉਹ ਇੱਕ ਤਾਨਾਸ਼ਾਹ ਕਿਸਮ ਦੇ ਨਿਆਇਧੀਸ਼ ਹਨ ਜਾਂ ਇੱਕ ਸਵਰਗੀ ਪੁਲਿਸਮੈਨ ਜੋ ਉੱਥੇ ਮੈਨੂੰ ਫੜਨ ਲਈ ਤੈਨਾਤ ਨੇ। ਕਈ ਵਾਰੀ ਲੋਕੀ ਮੈਨੂੰ ਆਖਦੇ ਨੇ ਮੈਂ ਪਰਮੇਸ਼ਵਰ ਤੇ ਨਿਸ਼ਚਾ ਨਹੀਂ ਰੱਖਦਾ, ਅਤੇ ਜਦ ਉਹ ਪਰਮੇਸ਼ਵਰ ਦਾ ਹਾਲ ਬਿਆਨ ਕਰਦੇ ਨੇ ਉਹ ਕਹਿੰਦੇ ਨੇ ਉਹ ਪਰਮੇਸ਼ਵਰ ਤੇ ਨਿਸ਼ਚਾ ਨਹੀਂ ਰੱਖਦੇ। ਮੈਂ ਵੀ ਉਸ ਕਿਸਮ ਦੇ ਪਰਮੇਸ਼ਵਰ ਤੇ ਨਿਸ਼ਚਾ ਨਹੀਂ ਰੱਖਦਾ। ਮੈਂ ਨਿਸ਼ਚਾ ਰੱਖਦਾ ਹਾਂ ਉਸ ਪਰਮੇਸ਼ਵਰ ਤੇ ਜਿਸ ਦਾ ਹਾਲ ਬਿਆਨ ਯੀਸੂ ਨੇ ਕੀਤਾ ਜਦ ਕਿਹਾ ਉਹਨਾਂ ਨੇ ਕਿ ਸਾਨੂੰ ਪ੍ਰਾਰਥਨਾ ਕਰਨੀ ਹੈ, ਹੇ ਸਾਡੇ ਸੁਰਗੀ ਪਿਤਾ। ਪਰਮੇਸ਼ਵਰ ਨੂੰ ਮੁਖਾਤਿਬ ਕਰਨਾ ਸਾਨੂੰ ਯੀਸੂ ਨੇ ਸਿਖਾਇਆ। ਅਸਲ 'ਚ ਸਾਨੂੰ ਇੱਕ ਐਰਮਿਕ ਸ਼ਬਦ ਇਸਤੇਮਾਲ ਕਰਨਾ ਸਿਖਾਇਆ, ਅੱਬਾ, ਜੋ ਅੱਜ ਵੀ ਬੱਚਿਆਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ ਮਿਡਲ ਈਸਟ ਵਿੱਚ। ਡੈਡੀ, ਪਾਪਾ, ਇਹ ਸਭ ਤੋਂ ਕਰੀਬੀ ਸ਼ਬਦ ਹੈ ਜੋ ਤੁਸੀਂ ਪਿਤਾ ਲਈ ਇਸਤੇਮਾਲ ਕਰ ਸਕਦੇ ਹੋ। ਅਤੇ ਮਸੀਹੀ ਪ੍ਰਾਰਥਨਾ ਅਜਿਹੀ ਹੈ, ਇਹ ਉਸ ਪਿਤਾ ਨਾਲ ਕੀਤੀ ਜਾਂਦੀ ਹੈ ਜੋ ਤੁਹਾਨੂੰ ਪ੍ਰੇਮ ਕਰਦਾ ਹੈ। ਮੇਰੀ ਮਾਂ ਨੂੰ MS ਹੋਇਆ ਸੀ ਤਾਂ ਉਹ ਸੱਚਮੁੱਚ ਬਹੁਤ ਬਿਮਾਰ ਸੀ ਬਚਪਨ 'ਚ। ਮੈਂ ਸੱਚਮੁੱਚ ਜੀਵਨ ਨੂੰ ਨਹੀਂ ਜਾਣਦਾ ਸਾਂ ਬਿਨਾਂ ਉਹਨੂੰ MS ਹੋਏ। ਮੇਰੇ ਮਾਤਾ ਪਿਤਾ ਮੇਰੇ ਲਈ ਸਭ ਕੁਝ ਸੀ, ਉਹ ਮੇਰੇ ਲਈ ਕੁਝ ਵੀ ਕਰ ਸਕਦੇ ਸੀ, ਪਰ ਮੈਂ ਸਭ ਤੋਂ ਵਧੀਆ ਬੱਚਾ ਨਹੀਂ ਸੀ ਜਿਵੇਂ ਮੈਂ ਹੁਣ ਹਾਂ। ਹੁਣ ਮੈਂ ਸਭ ਤੋਂ ਵਧੀਆ ਬੱਚਾ ਹਾਂ। ਪਹਿਲਾਂ ਜਦ ਮੈਂ ਟੀਨੇਜਰ ਸਾਂ ਮੈਂ ਬਸ ਝੂਠ ਬੋਲਦਾ ਸੀ ਤੇ ਮੇਰਾ ਸਕੂਲ ਬੇਕਾਰ ਸੀ। ਮੈਂ ਹਿੰਸਕ ਬੱਚਿਆਂ ਵਾਂਗ ਨਹੀਂ ਸਾਂ ਅਤੇ ਮੈਂ ਉਹਨਾਂ ਵਰਗਾ ਜ਼ਾਹਿਰ ਵੀ ਨਹੀਂ ਸੀ। ਜਿਵੇਂ ਕੁਝ ਲੋਕ ਗੈਂਗਸ ਵਿੱਚ ਪੈ ਜਾਂਦੇ ਹਨ ਅਤੇ ਡਰੱਗਸ ਵੇਚਦੇ ਹਨ, ਮੈਂ ਜ਼ਰਾ ਜ਼ਿਆਦਾ ਹੀ ਸਿਆਣਾ ਸਾਂ। ਮੈਨੂੰ ਮੁਸੀਬਤ ਖੜੀ ਕਰਨੀ ਪਸੰਦ ਸੀ, ਜਿਵੇਂ ਕਿ ਤੁਸੀਂ ਫੜੇ ਨਾ ਜਾ ਸਕੋ। ਅਤੇ ਕੁਝ ਚਿਰ ਬਾਅਦ ਮੈਂ ਇਹ ਮਹਿਸੂਸ ਕਰਨ ਲੱਗਾ ਕਿ ਬਿਨਾਂ ਫੜੇ ਗਏ ਤੁਸੀਂ ਕਿਵੇਂ ਚੋਰੀ ਕਰ ਸਕਦੇ ਹੋ। ਇੱਕ ਦਿਨ ਸਿਨੇਮਾ ਤੋਂ ਮੈਂ ਵਾਪਸ ਆਉਂਦੇ ਹੋਏ ਮੈਨੂੰ ਯਾਦ ਹੈ ਕਿ ਮੈਂ ਦਰਵਾਜ਼ੇ ਤੋਂ ਲੰਘ ਰਿਹਾ ਸਾਂ ਤੇ ਮੇਰੇ ਮਾਤਾ ਪਿਤਾ ਡਿਨਰ ਟੇਬਲ ਤੇ ਬੈਠੇ ਸਨ। ਮੈਨੂੰ ਸੁਣਾਈ ਦਿੱਤਾ ਜਿਵੇਂ ਕਿ ਐਲੈਕਸ, ਸਾਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ। ਅਤੇ ਅਸਲ 'ਚ ਹੋਇਆ ਇਹ ਕਿ ਮੈਂ ਹੁਣੇ ਉਹਨਾਂ ਦੇ ਬੈਂਕ ਅਕਾਊਂਟ ਤੋਂ ਪੈਸੇ ਚੁਰਾਏ ਸੀ ਅਤੇ ਇਹ ਉਹਨਾਂ ਤੋਂ ਪਤਾ ਚੱਲ ਗਿਆ ਸੀ। ਆਪਣੇ ਕਮਰੇ 'ਚ ਨੱਠ ਗਿਆ। ਮੈਨੂੰ ਬਸ ਯਾਦ ਹੈ ਕਿ ਅਜਿਹਾ ਮਹਿਸੂਸ ਕਰਨਾ ਜਿਵੇਂ ਮੈਂ ਆਪਣੇ ਆਪ ਤੋਂ ਨਫ਼ਰਤ ਕਰਦਾ ਹਾਂ। ਅਜਿਹਾ ਕਿ ਨਹੀਂ ਮੈਂ ਇਹ ਕੀ ਬਣ ਗਿਆ ਸੀ। ਇੱਕ ਅਜਿਹਾ ਪਲ ਨਹੀਂ ਸੀ, ਇਹ ਕੁਝ ਇਸ ਤਰ੍ਹਾਂ ਸੀ ਮੈਂ ਬੇਕਾਰ ਹਾਂ, ਮੈਂ ਇੱਕ ਬੁਰਾ ਬੱਚਾ ਹਾਂ। ਤੇ ਮੇਰੇ ਡੈਡੀ ਪੌੜੀਆਂ ਚੜ੍ਹ ਕੇ ਉੱਪਰ ਆਉਂਦੇ ਨੇ ਤੇ ਮੇਰਾ ਦਰਵਾਜ਼ਾ ਖਟਖਟਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਠੀਕ ਹੈ ਮੈਂ ਚਲਾ ਜਾਂਦਾ, ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਤੇ ਤੇਰੀ ਮੰਮੀ ਤੈਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਬਸ ਉਲਝਣ 'ਚ ਹਾਂ ਕਿਉਂਕਿ ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਅਸੀਂ ਤੇਰੇ ਲਈ ਕੀ ਨਹੀਂ ਕੀਤਾ। ਅਤੇ ਫਿਰ ਉਹਨਾਂ ਨੇ ਬਸ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗੇਗਾ ਕਿ ਜੇ ਤੂੰ ਦਰਵਾਜ਼ਾ ਖੋਲ੍ਹ ਦੇ, ਕਿਉਂਕਿ ਇਸ ਵੇਲੇ ਸੱਚਮੁੱਚ ਮੈਂ ਤੈਨੂੰ ਜੱਫੀ ਪਾਉਣਾ ਚਾਹੁੰਦਾ। ਤੇ ਫਿਰ ਸਾਲ ਬਾਅਦ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿਸ ਬਾਰੇ ਸੋਚ ਰਿਹਾ ਸਾਂ, ਪਰ ਮੈਂ ਬਸ ਉਸ ਪਲ ਬਾਰੇ ਸੋਚ ਰਿਹਾ ਸੀ ਅਤੇ ਬਸ ਮੈਂ ਇਹ ਮਹਿਸੂਸ ਕੀਤਾ ਕਿ ਇਹ ਉਹਨਾਂ ਦੀ ਸਭ ਤੋਂ ਚੰਗੀਆਂ ਮਿਸਾਲਾਂ 'ਚੋਂ ਇੱਕ ਸੀ। ਪਰ ਇਸ ਤਰ੍ਹਾਂ ਨਾਲ ਕੁਝ ਬਿਨਤੀ ਦਾ ਆਉਣਾ ਤੇ ਦਇਆ ਵਿਖਾਉਣਾ, ਮੇਰੇ ਡੈਡ ਬਸ ਸਭ ਤੋਂ ਉੱਤਮ ਨੇ। ਯੀਸੂ ਸਾਨੂੰ ਕਹਿੰਦੇ ਹਨ ਕਿ ਅਸੀਂ ਸਵਰਗ 'ਚ ਆਪਣੇ ਪਿਤਾ ਤੋਂ ਪ੍ਰਾਰਥਨਾ ਕਰੀਏ। ਇਹ ਪ੍ਰੇਮ ਕਰਨ ਵਾਲਾ ਪਿਤਾ ਅਸਲ 'ਚ ਸਾਡੀ ਇਸ ਪੂਰੀ ਸ੍ਰਿਸ਼ਟੀ ਦਾ ਹੀ ਸਿਰਜਣਹਾਰ ਹੈ। ਅਤੇ ਸ੍ਰਿਸ਼ਟੀ ਬਹੁਤ ਵੱਡੀ ਹੈ। ਸੂਰਜ ਜੋ ਧਰਤੀ ਤੋਂ 93 ਮਿਲੀਅਨ ਮੀਲ ਦੂਰ ਹੈ, ਇੰਨਾ ਵੱਡਾ ਹੈ ਕਿ ਉਸ 'ਚ 9,60,000 ਧਰਤੀਆਂ ਸਮਾ ਜਾਣ। ਕੀ ਤੁਸੀਂ ਜਾਣਦੇ ਹੋ ਕਿ ਸੂਰਜ ਸਾਡੀ ਆਕਾਸ਼ ਗੰਗਾ ਵਿੱਚ 300 ਬਿਲੀਅਨ ਤਾਰਿਆਂ ਵਿੱਚੋਂ ਇੱਕ ਹੈ? ਸਾਡੀ ਆਕਾਸ਼ ਗੰਗਾ 100 ਬਿਲੀਅਨ ਆਕਾਸ਼ ਗੰਗਾਵਾਂ ਵਿੱਚੋਂ ਇੱਕ ਹੈ। ਧਰਤੀ ਦੀ ਸਾਗਰ ਕਿਨਾਰੇ ਤੇ ਰੇਤ ਦੇ ਇੱਕ ਜ਼ਰਰੇ ਦੇ ਮੁਕਾਬਲੇ ਉੱਥੇ 1 ਮਿਲੀਅਨ ਤਾਰੇ ਹਨ। ਉਤਪਤ ਦੀ ਪੋਥੀ 'ਚ ਬਸ ਇੰਝ ਹੀ ਇੱਕ ਲਾਈਨ ਲਿਖ ਦਿੱਤੀ। ਲੇਖਕ ਕਹਿੰਦਾ ਹੈ ਉਸਨੇ ਤਾਰੇ ਵੀ ਬਣਾਏ, ਬਸ ਇੰਝ ਹੀ ਪੂਰੀ ਕਾਇਨਾਤ ਰਚ ਦਿੱਤੀ। ਅਸੀਂ ਸ੍ਰਿਸ਼ਟੀ ਦੇ ਸਿਰਜਣਹਾਰ ਤੋਂ ਪ੍ਰਾਰਥਨਾ ਕਰਦੇ ਹਾਂ। ਉਹ ਸਰਵਸ਼੍ਰੇਸ਼ਠ ਹਨ, ਸਮੇਂ ਤੋਂ ਪਰੇ, ਫਿਰ ਵੀ ਨਾਲ ਹੀ ਨਾਲ ਉਹ ਜ਼ਾਹਰ ਵੀ ਹਨ। ਪ੍ਰਾਰਥਨਾ ਕੀਤੀ ਜਾਂਦੀ ਹੈ ਪਿਤਾ ਤੋਂ, ਜੋ ਹੈ ਸਿਰਜਣਹਾਰ ਅਤੇ ਪਾਲਣਹਾਰ ਹਰ ਚੀਜ਼ ਦਾ। ਪਰ ਇਹ ਪੁੱਤਰ ਦੇ ਜ਼ਰੀਏ ਵੀ ਸਲੀਬ ਤੇ ਯੀਸੂ ਦੀ ਮੌਤ ਰਾਹੀਂ ਉਹ ਬਟਵਾਰਾ, ਉਹ ਪਾਪ ਦੀ ਰੁਕਾਵਟ ਹਟਾ ਦਿੱਤੀ ਗਈ ਹੈ ਅਤੇ ਸਾਨੂੰ ਪਰਮੇਸ਼ਵਰ ਤੱਕ ਪਹੁੰਚ ਹਾਸਲ ਹੋਈ ਹੈ। ਇਹ ਪੁੱਤਰ ਯੀਸੂ ਦੇ ਜ਼ਰੀਏ ਹੀ ਸਾਨੂੰ ਪਿਤਾ ਪਰਮੇਸ਼ਵਰ ਤੱਕ ਇਹ ਪਹੁੰਚ ਹਾਸਲ ਹੋਈ ਹੈ। ਅਮਰੀਕਨ ਸਿਵਲ ਵਾਰ ਵਿੱਚ ਯੂਨੀਅਨ ਆਰਮੀ ਲਈ ਲੜਦੇ ਹੋਏ ਇੱਕ ਨੌਜਵਾਨ ਫੌਜੀ ਨੇ ਉਸ ਲੜਾਈ 'ਚ ਆਪਣਾ ਪਿਤਾ ਤੇ ਭਰਾ ਦੋਵੇਂ ਹੀ ਗਵਾ ਦਿੱਤੇ। ਉਹਨੂੰ ਆਪਣੇ ਪਰਿਵਾਰ, ਆਪਣੇ ਘਰ ਵਾਪਸ ਆਉਣ ਦੀ ਸਖਤ ਲੋੜ ਸੀ ਅਤੇ ਆਪਣੀ ਭੈਣ ਤੇ ਬੁੱਢੀ ਮਾਂ ਦੀ ਮਦਦ ਕਰਨ ਦੀ ਉਹਨਾਂ ਦੇ ਖੇਤ ਦੇ ਵਿੱਚ। ਇਸ ਲਈ ਉਹ ਵਾਸ਼ਿੰਗਟਨ DC ਗਿਆ ਤਾਂ ਜੋ ਪ੍ਰੈਜ਼ੀਡੈਂਟ ਤੋਂ ਮਿਲਟਰੀ ਤੋਂ ਰਿਹਾਈ ਮੰਗ ਸਕੇ।
ਜਦੋਂ ਵਾਸ਼ਿੰਗਟਨ ਆਇਆ ਉਹ ਸਿੱਧੇ ਵਾਈਟ ਹਾਊਸ ਦੇ ਬੂਹੇ ਤੇ ਗਿਆ ਅਤੇ ਸਿੱਧੇ ਪ੍ਰੈਜ਼ੀਡੈਂਟ ਨਾਲ ਗੱਲ ਕਰਨ ਦੀ ਗੁਜ਼ਾਰਿਸ਼ ਕੀਤੀ। ਇੱਕ ਨੌਜਵਾਨ ਅਧਿਕਾਰੀ ਜੋ ਪਹਿਰਾ ਦੇ ਰਿਹਾ ਸੀ ਉਸਨੇ ਉਹਨੂੰ ਕਿਹਾ, ਤੂੰ ਪ੍ਰੈਜ਼ੀਡੈਂਟ ਨੂੰ ਨਹੀਂ ਮਿਲ ਸਕਦਾ, ਪ੍ਰੈਜ਼ੀਡੈਂਟ ਬਹੁਤ ਜ਼ਿਆਦਾ ਮਸਰੂਫ ਹਨ, ਉਹ ਇੱਥੇ ਤੈਨੂੰ ਮਿਲਣ ਲਈ ਨਹੀਂ ਬੈਠੇ ਹਨ, ਜਾ ਵਾਪਸ ਮੁੜ ਜਾ ਤੇ ਉਹ ਕੰਮ ਕਰ ਜੋ ਤੈਨੂੰ ਕਰਨਾ ਚਾਹੀਦਾ। ਤਾਂ ਉਹ ਫੌਜੀ ਵਾਈਟ ਹਾਊਸ ਤੋਂ ਬਾਹਰ ਆਇਆ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਇਹ ਬੁਰੀ ਖਬਰ ਕਿਵੇਂ ਸੁਣਾਵੇ। ਜਦੋਂ ਕੋਲ ਦੇ ਇੱਕ ਪਾਰਕ ਦੀ ਬੈਂਚ ਉੱਤੇ ਬੈਠਿਆ ਸੀ, ਇੱਕ ਨਿੱਕਾ ਮੁੰਡਾ ਉੱਥੇ ਆਇਆ ਤੇ ਉਸਦੇ ਕੋਲ ਆ ਕੇ ਕਹਿਣ ਲੱਗਿਆ, ਤੂੰ ਇੰਨਾ ਉਦਾਸ ਕਿਉਂ ਹੈ, ਕੀ ਹੋਇਆ? ਤੇ ਉਸ ਫੌਜੀ ਨੇ ਉਸ ਮੁੰਡੇ ਵੱਲ ਵੇਖਿਆ ਤੇ ਉਸ ਅੱਗੇ ਆਪਣਾ ਦਿਲ ਖੋਲਣ ਲੱਗਿਆ। ਉਸਨੇ ਉਸ ਮੁੰਡੇ ਨੂੰ ਦੱਸਿਆ ਕਿ ਕਿਉਂਕਿ ਉਸਦੇ ਪਿਤਾ ਤੇ ਭਰਾ ਮਾਰੇ ਗਏ ਹਨ, ਉਹ ਆਪਣੇ ਪਰਿਵਾਰ 'ਚ ਹੁਣ ਇਕੱਲਾ ਮਰਦ ਰਹਿ ਗਿਆ ਹੈ। ਉਹਨੂੰ ਬਹੁਤ ਸਖਤ ਲੋੜ ਹੈ ਕਿ ਉਹ ਵਾਪਸ ਆਪਣੇ ਫਾਰਮ ਤੇ ਆਵੇ ਅਤੇ ਕੇਵਲ ਇੱਕੋ ਹੀ ਇਨਸਾਨ ਇਹ ਮੁਮਕਿਨ ਕਰ ਸਕਦਾ ਹੈ ਤੇ ਉਹ ਹਨ ਪ੍ਰੈਜ਼ੀਡੈਂਟ। ਉਸ ਨਿੱਕੇ ਮੁੰਡੇ ਨੇ ਬਸ ਇੰਨਾ ਹੀ ਕਿਹਾ, ਮੇਰੇ ਨਾਲ ਆ। ਤੇ ਫਿਰ ਉਸ ਨੂੰ ਹੱਥ ਫੜ ਕੇ ਲਿਜਾਂਦੇ ਹੋਏ ਉਹ ਮੁੰਡਾ ਵਾਪਸ ਉਸ ਨੂੰ ਵਾਈਟ ਹਾਊਸ ਦੇ ਗਿਰਦ ਲੈ ਗਿਆ। ਉਹ ਪਿਛਲੇ ਦਰਵਾਜ਼ੇ ਤੋਂ ਅੰਦਰ ਗਏ, ਪਹਿਰੇਦਾਰਾਂ ਤੋਂ ਗੁਜ਼ਰ ਕੇ, ਜਨਰਲਸ ਨੂੰ ਪਿੱਛੇ ਛੱਡਦੇ ਹੋਏ, ਉੱਚੇ ਅਹੁਦੇ ਵਾਲੇ ਅਫਸਰਾਂ ਨੂੰ ਲੰਘਦੇ ਹੋਏ, ਜਦ ਤੱਕ ਉਹ ਪ੍ਰੈਜ਼ੀਡੈਂਟ ਦੇ ਆਫਿਸ ਤੱਕ ਨਹੀਂ ਪਹੁੰਚ ਗਏ। ਉਸ ਨਿੱਕੇ ਮੁੰਡੇ ਨੇ ਬੂਹਾ ਵੀ ਨਹੀਂ ਖਟਖਟਾਇਆ। ਉਸਨੇ ਬਸ ਉਸ ਨੂੰ ਖੋਲ੍ਹਿਆ ਤੇ ਅੰਦਰ ਚਲਾ ਗਿਆ। ਸਾਹਮਣੇ ਮੇਜ਼ ਦੇ ਪਿੱਛੇ ਖੜੇ ਸਨ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ, ਸੈਕਟਰੀ ਆਫ ਸਟੇਟ ਦੇ ਨਾਲ ਲੜਾਈ ਦੀਆਂ ਯੋਜਨਾਵਾਂ ਦਾ ਅਧਿਐਨ ਕਰ ਰਹੇ ਸਨ। ਪ੍ਰੈਜ਼ੀਡੈਂਟ ਨੇ ਉੱਤੇ ਵੇਖਿਆ ਤੇ ਕਿਹਾ, ਬੇਟਾ ਟੈਡ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ? ਉਸ ਨਿੱਕੇ ਮੁੰਡੇ ਨੇ ਕਿਹਾ, ਡੈਡ, ਇਸ ਬੰਦੇ ਨੇ ਤੁਹਾਡੇ ਨਾਲ ਗੱਲ ਕਰਨੀ ਹੈ। ਸਾਡਾ ਪਿਤਾ ਉਹ ਸਾਨੂੰ ਨਿਯੋਤਾ ਦੇ ਰਿਹਾ ਹੈ ਕਿ ਅਸੀਂ ਉਸ ਰਿਸ਼ਤੇ ਦੇ ਭਾਗੀਦਾਰ ਬਣੀਏ ਜੋ ਰਿਸ਼ਤਾ ਉਹਨਾਂ ਦਾ ਪਿਤਾ ਦੇ ਨਾਲ ਹੈ। ਨਾ ਸਿਰਫ ਅਸੀਂ ਯਿਸੂ ਦੇ ਜ਼ਰੀਏ ਪਿਤਾ ਤੋਂ ਪ੍ਰਾਰਥਨਾ ਕਰ ਸਕਦੇ ਹਾਂ, ਪਰ ਅਸੀਂ ਪਵਿੱਤਰ ਆਤਮਾ ਰਾਹੀਂ ਪ੍ਰਾਰਥਨਾ ਕਰਦੇ ਹਾਂ। ਰੋਮੀਓ 8:26 ਵਿੱਚ ਪੌਲੁਸ ਕਹਿੰਦੇ ਨੇ, ਇਸ ਤਰ੍ਹਾਂ ਆਤਮਾ ਦੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ। ਲੋਕ ਕਹਿੰਦੇ ਨੇ, ਮੈਨੂੰ ਨਹੀਂ ਪਤਾ ਮੈਂ ਕਿੱਥੋਂ ਸ਼ੁਰੂ ਕਰਾਂ, ਮੈਂ ਨਹੀਂ ਜਾਣਦਾ ਕਿ ਕਿਵੇਂ ਪ੍ਰਾਰਥਨਾ ਕਰਾਂ। ਪਰ ਜਦ ਤੁਸੀਂ ਯਿਸੂ ਨੂੰ ਆਪਣੇ ਜੀਵਨ 'ਚ ਸੱਦਦੇ ਹੋ, ਉਹ ਅੰਦਰ ਆਉਂਦੇ ਨੇ ਆਪਣੇ ਆਤਮਾ ਰਾਹੀਂ, ਉਹ ਤੁਹਾਡੇ ਅੰਦਰ ਰਹਿੰਦੇ ਨੇ ਅਤੇ ਜਦ ਤੁਸੀਂ ਪ੍ਰਾਰਥਨਾ ਕਰਦੇ ਹੋ, ਉਹਨਾਂ ਦਾ ਆਤਮਾ ਪ੍ਰਾਰਥਨਾ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਪਰਮੇਸ਼ਵਰ ਨਾਲ ਰਾਬਤਾ ਕਾਇਮ ਕਰਨ ਲਈ। ਯਿਸੂ ਨੇ ਕਿਹਾ, ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰੇ 'ਚ ਜਾਓ, ਬੂਹਾ ਬੰਦ ਕਰੋ, ਆਪਣੇ ਪਿਤਾ ਤੋਂ ਪ੍ਰਾਰਥਨਾ ਕਰੋ ਜੋ ਸਵਰਗ 'ਚ ਹੈ। ਫਿਰ ਤੁਹਾਡਾ ਪਿਤਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਹੋਇਆ ਹੈ, ਉਹ ਤੁਹਾਨੂੰ ਫਲ ਦੇਵੇਗਾ। ਪ੍ਰਾਰਥਨਾ ਦੇ ਫਲ ਕੀ ਹਨ? ਖੈਰ, ਉਹਨਾਂ ਚੋਂ ਇੱਕ ਹੈ ਸ਼ਾਂਤੀ। ਹੁਣ ਅਜਿਹੀ ਦੁਨੀਆ ਜਿੱਥੇ ਜ਼ਿੰਦਗੀ ਇੰਨੀ ਮਸਰੂਫ ਹੈ, ਉੱਥੇ ਕਈ ਸਾਰੀਆਂ ਗੱਲਾਂ ਹਨ ਜੋ ਸਾਡੇ ਲਈ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ। ਕਿ ਉੱਥੇ ਅਜਿਹੀਆਂ ਗੱਲਾਂ ਨਹੀਂ ਜਿਵੇਂ ਰਿਸ਼ਤੇ, ਨੌਕਰੀਆਂ, ਪਰਿਵਾਰ, ਸਿਹਤ ਤੇ ਨਿੱਕੀਆਂ ਗੱਲਾਂ ਵੀ। ਅਤੇ ਮੈਂ ਇੱਕ ਮਾਂ ਬਾਰੇ ਸੁਣਿਆ ਜਿਸ ਨੇ ਆਪਣੀ ਜਵਾਨ ਧੀਆਂ ਨੂੰ ਟੈਕਸਟ ਕੀਤਾ ਇਹ ਕਹਿੰਦੇ ਹੋਏ, ਫਿਕਰ ਨਾ ਕਰੋ, ਡਿਟੇਲਸ ਆ ਰਹੀਆਂ ਹਨ, ਇਹ ਸੌਖਾ ਹੈ ਇਸ ਤਰ੍ਹਾਂ ਜੀਵਨ ਤੋਂ ਗੁਜ਼ਰਨਾ ਅਤੇ ਇੱਕ ਚਿੰਤਾ ਤੋਂ ਦੂਜੀ ਤੱਕ ਜਾਣਾ। ਰਸੂਲ ਪੌਲਸ ਫਿਲੀਪੀਆਂ ਨੂੰ ਆਪਣੇ ਖੱਤ 'ਚ ਕਹਿੰਦੇ ਨੇ, ਉਹ ਕਹਿੰਦੇ ਹਨ, ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ, ਪ੍ਰਾਰਥਨਾ ਤੇ ਬੇਨਤੀ ਨਾਲ ਧੰਨਵਾਦ ਸਾਡੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ। ਦੂਜੇ ਸ਼ਬਦਾਂ ਵਿੱਚ, ਜਦ ਤੁਸੀਂ ਚਿੰਤਿਤ ਹੋਵੋ ਤਾਂ ਇਸ ਬਾਰੇ ਪ੍ਰਾਰਥਨਾ ਕਰੋ। ਅਤੇ ਉਹ ਆਖਦੇ ਨੇ ਕਿ ਕਮਾਲ ਦੇ ਨਤੀਜੇ ਮਿਲਣਗੇ। ਉਹ ਆਖਦੇ ਹਨ ਕਿ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇ। ਹਾਂ, ਪਰ ਸ਼ਾਂਤੀ ਦਾ ਦਰਅਸਲ ਇਹ ਮਤਲਬ ਨਹੀਂ ਕਿ ਕੋਈ ਮੁਸੀਬਤ ਨਹੀਂ ਹੋਏਗੀ, ਮਸਲਾ ਜਾਂ ਕੜੀ ਮਿਹਨਤ। ਇੱਕ ਤਰ੍ਹਾਂ ਇਸ ਦਾ ਮਤਲਬ ਇਹ ਹੈ ਕਿ ਇਹਨਾਂ ਸਾਰਿਆਂ ਦੇ ਵਿਚਕਾਰ ਹੁੰਦੇ ਹੋਏ ਵੀ ਤੁਹਾਡੇ ਦਿਲਾਂ 'ਚ ਸ਼ਾਂਤੀ ਹੋਵੇਗੀ। ਇਹ ਥੋੜਾ ਸਾਗਰ ਦੀ ਗਹਿਰਾਈ ਅਤੇ ਲਹਿਰਾਂ ਵਾਂਗ ਹੈ, ਅਤੇ ਤਦ ਵੀ ਜਦ ਸਤਹ ਉੱਤੇ ਲਹਿਰਾਂ ਉੱਠ ਰਹੀਆਂ ਹੋਣ ਅਤੇ ਥੱਲੇ ਗਹਿਰਾਈ ਵਿੱਚ ਹੁਣ ਵੀ ਇੱਕ ਠਹਿਰਾਵ ਹੁੰਦਾ ਹੈ, ਅਤੇ ਇਹੀ ਪ੍ਰਾਰਥਨਾ ਕਰਨ ਤੇ ਤੁਹਾਨੂੰ ਪਰਮੇਸ਼ਰ ਦਿੰਦੇ ਹਨ। ਤੇ ਪ੍ਰਾਰਥਨਾ ਦਾ ਇੱਕ ਹੋਰ ਹਾਸਿਲ ਹੈ ਨਜ਼ਰੀਆ। ਤੁਹਾਨੂੰ ਪਤਾ ਹੈ ਕਿ ਜ਼ਿੰਦਗੀ ਦੀਆਂ ਮਸਰੂਫੀਆਤਾਂ ਵਿੱਚ ਪ੍ਰਾਰਥਨਾ ਲਈ ਸਮਾਂ ਕੱਢਣਾ ਸੌਖਾ ਨਹੀਂ। ਅਸਲ 'ਚ ਇਹ ਸਮੇਂ ਦੀ ਬਰਬਾਦੀ ਵਾਂਗ ਲੱਗਦਾ ਹੈ ਸਾਨੂੰ। ਪਰ ਮੇਰੇ ਤਜਰਬੇ 'ਚ ਆਇਆ ਹੈ ਕਿ ਜਦ ਮੈਂ ਪ੍ਰਾਰਥਨਾ ਲਈ ਖਾਸ ਸਮਾਂ ਕੱਢਦਾ ਅਤੇ ਖਾਸ ਕਰ ਪਰਮੇਸ਼ਰ ਦਾ ਧੰਨਵਾਦ ਕਰਨ ਲਈ, ਤਦ ਜੀਵਨ ਦੀਆਂ ਚਿੰਤਾਵਾਂ ਹੁਣ ਹੋਰ ਵੱਡੀਆਂ ਨਹੀਂ ਲੱਗਦੀਆਂ ਮੈਨੂੰ। ਤੇ ਉਹ ਗੱਲਾਂ ਜਿਨ੍ਹਾਂ ਨੂੰ ਮੈਂ ਆਪਣੇ ਜੀਵਨ 'ਚ ਝੇਲ ਰਿਹਾ ਹਾਂ, ਹੁਣ ਵੀ ਉਹ ਹਨ, ਪਰ ਪ੍ਰਾਰਥਨਾ ਦੁਆਰਾ ਉਹਨਾਂ ਵੱਲ ਮੇਰਾ ਨਜ਼ਰੀਆ ਬਦਲ ਜਾਂਦਾ ਹੈ ਤੇ ਮੈਂ ਉਹਨਾਂ ਦਾ ਡਟ ਕੇ ਸਾਹਮਣਾ ਕਰ ਸਕਦਾ। ਤੇ ਪ੍ਰਾਰਥਨਾ ਸਿਰਫ ਸਾਨੂੰ ਬਦਲਦੀ ਨਹੀਂ, ਇਹ ਹਾਲਾਤ ਬਦਲ ਦਿੰਦੀ ਹੈ। ਇਹ ਹੈ ਪ੍ਰਾਰਥਨਾ ਦੀ ਸਮਰਥ। ਖੈਰ, ਇੱਕ ਆਮ ਜਿਹਾ ਦਿਨ ਸੀ। ਅਸੀਂ ਖਾਨਾ ਦੇ ਅੰਦਰ ਗਏ। ਉਸ ਦਿਨ ਮੇਰੇ ਕੋਲ ਕੋਈ ਇੰਨਾ ਖਾਸ ਕੰਮ ਨਹੀਂ ਸੀ, ਇਸ ਲਈ ਮੈਂ ਇਕਵਿਪਮੈਂਟ ਨੂੰ ਲੈ ਕੇ ਵਰਕਸ਼ਾਪ ਚਲਾ ਗਿਆ, ਆਪਣਾ ਕੰਮ ਛੇਤੀ ਕੀਤਾ। ਫਿਰ ਮੈਂ ਸ਼ੈਲਟਰ ਚਲਾ ਗਿਆ। ਜਦੋਂ ਧਮਾਕਾ ਹੋਇਆ ਉਦੋਂ ਦੁਪਹਿਰ ਦੇ 2 ਵਜੇ ਸੀ। ਇਸ ਕਾਰਨ ਅਸੀਂ 4 ਘੰਟੇ ਤੱਕ ਫਸੇ ਰਹੇ। ਮੀਂਹ ਤੇ ਧੂੜ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਫਿਰ ਅਸੀਂ ਆਪਸ 'ਚ ਚਰਚਾ ਕੀਤੀ ਕਿ ਇੱਥੋਂ ਬਾਹਰ ਕਿਵੇਂ ਨਿਕਲਿਆ ਜਾਏ, ਕੋਈ ਬਚਣ ਦਾ ਰਸਤਾ ਹੋਵੇ। ਫਿਰ ਸਾਨੂੰ ਪਤਾ ਚੱਲਿਆ ਕਿ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈ ਅਤੇ ਇੱਕੋ ਹੀ ਗੱਲ ਮੁਮਕਿਨ ਸੀ, ਉਹ ਸਨ ਪਰਮੇਸ਼ਵਰ, ਉਹ ਸਨ ਮਸੀਹ। ਤਾਂ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਸੀ। ਤਾਂ ਅਸੀਂ ਇੱਕ ਮੀਟਿੰਗ ਕੀਤੀ ਅਤੇ ਕੰਮ ਵੰਡ ਲਏ, ਜਿਸ ਵਿੱਚ ਸ਼ਾਮਿਲ ਸੀ ਕਿ ਬਚਿਆ ਹੋਇਆ ਖਾਣਾ ਗਿਣਨਾ।
ਸਾਡੇ ਕੋਲ 2 ਜਾਂ 3 ਦਿਨ ਤੱਕ ਦਾ ਹੀ ਖਾਣਾ ਸੀ ਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਵੀ ਖਾਣਾ ਜਿਹੜਾ ਹੈ ਉਹਨੂੰ ਬਚਾ ਕੇ ਖਾਵਾਂਗੇ। ਇਹਨਾਂ ਸਾਰਿਆਂ ਕੰਮਾਂ 'ਚ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਪਤਾ ਹੈ ਕਿ ਤੂੰ ਇੱਕ ਮਸੀਹ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੂੰ ਪ੍ਰਾਰਥਨਾ ਵਿੱਚ ਸਾਡੀ ਅਗਵਾਈ ਕਰੇ। ਤਾਂ ਪਹਿਲੀ ਪ੍ਰਾਰਥਨਾ ਕੁਝ ਇਸ ਤਰ੍ਹਾਂ ਸੀ, ਪ੍ਰਭੂ ਅਸੀਂ ਸਭ ਤੋਂ ਚੰਗੇ ਬੰਦੇ ਨਹੀਂ ਹਾਂ, ਪ੍ਰਭੂ ਸਾਡੇ ਤੇ ਦਇਆ ਕਰੋ, ਬੱਚਿਆਂ ਦੀ ਦੇਖਭਾਲ ਕਰੋ, ਸਾਡੇ ਪਰਿਵਾਰਾਂ ਦੀ ਦੇਖਭਾਲ ਕਰੋ। ਅਸੀਂ ਆਪਣੇ ਸਾਰੇ ਹਾਲਾਤ ਪਰਮੇਸ਼ਵਰ ਦੇ ਅੱਗੇ ਰੱਖ ਦਿੱਤੇ। ਅਸੀਂ ਕਿਹਾ ਕਿ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ, ਸਾਡਾ ਬਸ ਤੁਸੀਂ ਆਸਰਾ ਹੋ, ਕਿਉਂਕਿ ਸਾਡੇ ਕੋਲ ਹੋਰ ਕੋਈ ਨਹੀਂ ਹੈ ਜਿਸ ਦੇ ਅੱਗੇ ਅਸੀਂ ਬੇਨਤੀ ਕਰੀਏ। ਅਸੀਂ ਹਰ ਰੋਜ਼ ਦੁਪਹਿਰ ਦੇ ਵੇਲੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਵੇਖਿਆ ਕਿ ਉੱਥੇ ਲੋਕਾਂ 'ਚ ਤਬਦੀਲੀ ਆਣੀ ਸ਼ੁਰੂ ਹੋ ਗਈ, ਉਹਨਾਂ ਦੇ ਰਵੱਈਏ ਵਿੱਚ, ਉਹਨਾਂ ਦੀ ਦੋਸਤੀ ਵਿੱਚ, ਏਕਤਾ ਵਿੱਚ। ਪਰਮੇਸ਼ਵਰ ਦਾ ਆਤਮਾ ਉੱਥੇ ਸਾਡੇ ਕੋਲ ਸੀ। ਮੈਂ ਕਿਸੇ ਨੂੰ ਵੀ ਪਰਮੇਸ਼ਵਰ ਅੱਗੇ ਇੰਨਾ ਵਿਨਮਰ ਨਹੀਂ ਵੇਖਿਆ ਜਿੰਨਾ ਇਹਨਾਂ 33 ਨੂੰ। ਅਸੀਂ 24 ਘੰਟੇ ਖਾਣਾ ਨਹੀਂ ਖਾਧਾ, 48 ਘੰਟੇ, 72 ਘੰਟੇ, ਇਸ ਤੋਂ ਬਾਅਦ ਅਸੀਂ ਬਿਨਾਂ ਖਾਏ ਨਹੀਂ ਟਿਕ ਸਕਦੇ ਸੀ। ਸਾਨੂੰ ਇਹ ਕਰਨਾ ਪਿਆ ਤਾਂ ਕਿ ਖਾਣਾ ਬਚਿਆ ਰਹੇ। ਮਿਕਦਾਰ ਬਹੁਤ ਘੱਟ ਸੀ ਪਰ ਸਾਡੇ ਲਈ ਬਹੁਤ ਅਹਿਮ ਸੀ। ਮਿਕਦਾਰ ਬਹੁਤ ਘੱਟ ਸੀ ਤਾਂ ਅਸੀਂ ਜਿਉਂਦੇ ਰਹੇ। 16 ਦਿਨ ਹੋ ਗਏ ਸੀ ਤੇ ਖਾਣਾ ਵੀ ਖਤਮ ਹੋਣ ਵਾਲਾ ਸੀ। 17ਵੇਂ ਦਿਨ ਪ੍ਰਭੂ ਨੇ ਸਾਨੂੰ ਲਬਵਾ ਦਿੱਤਾ। ਸਾਨੂੰ ਇਹ ਲੱਗਣ ਲੱਗਾ ਕਿ ਉੱਥੇ ਮਸ਼ੀਨਾਂ ਚੱਲ ਰਹੀਆਂ ਹਨ। ਫਿਰ ਸਾਨੂੰ ਪਤਾ ਚੱਲਿਆ ਕਿ ਸਾਨੂੰ ਵੱਖ-ਵੱਖ ਥਾਵਾਂ ਤੇ ਲੱਭਿਆ ਜਾ ਰਿਹਾ ਹੈ। ਪ੍ਰਾਰਥਨਾ ਦੇ 17ਵੇਂ ਦਿਨ ਦੇ ਬਾਅਦ ਇੱਕ ਚਮਤਕਾਰ ਹੋਇਆ। ਇੱਕ ਪ੍ਰੋਬ ਨੇ ਆਪਣਾ ਹਿਊਮਨ ਟਾਰਗੇਟ ਲੱਭ ਲਿਆ ਸੀ। ਅਤੇ ਫਿਰ ਇੱਕ ਸਧਾਰਨ ਜਿਹਾ ਨੋਟ, ਇਹ ਸਬੂਤ ਕਿ ਅਸੀਂ ਸਾਰੇ ਜ਼ਿੰਦਾ ਸਾਂ। ਅਸੀਂ ਪਰਮੇਸ਼ਵਰ ਤੋਂ ਪ੍ਰਾਰਥਨਾ ਕਰ ਰਹੇ ਸੀ, ਪਰਮੇਸ਼ਵਰ ਤੋਂ ਇਹ ਮੰਗਦੇ ਹੋਏ ਕਿ ਸਾਨੂੰ ਲੱਭਣ ਲਈ ਉਹਨਾਂ ਦਾ ਮਾਰਗਦਰਸ਼ਨ ਕਰਨ ਤੇ ਉਹ ਸਾਨੂੰ ਛੇਤੀ ਲੱਭ ਲੈਣ, ਬਹੁਤ ਛੇਤੀ। ਢਹਿ ਜਾਣ ਦੇ 65ਵੇਂ ਦਿਨ ਬਾਅਦ ਅਤੇ 33 ਦਿਨ ਦੀ ਡ੍ਰਿਲਿੰਗ ਦੇ ਬਾਅਦ ਈਗੋਰ ਦਾ ਪਲਾਨ ਵੀ ਉਹਨਾਂ ਖਾਨ ਮਜ਼ਦੂਰਾਂ ਤੱਕ ਪਹੁੰਚਿਆ। ਮੈਨੂੰ ਇਸ ਦਾ ਵੀ ਜ਼ਿਕਰ ਕਰਨਾ ਪਏਗਾ ਕਿ ਉਹਨਾਂ ਚੋਂ 22 ਨੇ ਮਸੀਹ ਨੂੰ ਕਬੂਲ ਕੀਤਾ ਅਤੇ ਮੇਰੀ ਰਾਏ 'ਚ ਇਹ ਬਹੁਤ ਮਹੱਤਵਪੂਰਨ ਹੈ। ਜਦੋਂ ਜਾਣ ਲੱਗੇ ਤਾਂ ਮੈਨੂੰ ਇਹਨਾਂ ਨੂੰ ਪ੍ਰਾਰਥਨਾ ਕਰਨ ਲਈ ਵਾਪਸ ਸੱਦਣਾ ਪਿਆ। ਕੋਈ ਨਹੀਂ ਜਾਏਗਾ ਜਦ ਤੱਕ ਅਸੀਂ ਪ੍ਰਭੂ ਨੂੰ ਧੰਨਵਾਦ ਨਹੀਂ ਕਰ ਲੈਂਦੇ। ਕੋਈ ਨਹੀਂ ਜਾਏਗਾ ਇੱਥੋਂ। ਫਿਰ ਸਾਰਿਆਂ ਨੇ ਪ੍ਰਾਰਥਨਾ ਕੀਤੀ। ਆਖਰੀ ਮਾਈਨਰ ਨੂੰ ਅਸੀਂ ਸਤਾ ਤੋਂ ਚੁੱਕ ਲਿਆ ਅਤੇ ਇਹ ਉਹ ਪਲ ਸੀ ਜਦੋਂ ਬਚਾਅ ਕਾਰਜ ਖਤਮ ਹੋ ਗਿਆ ਸੀ। ਜਸ਼ਨ ਅਤੇ ਖੁਸ਼ੀਆਂ ਦਾ ਧਮਾਕਾ 2 ਮਹੀਨਿਆਂ ਤੋਂ ਵੱਧ ਸਮੇਂ ਤੱਕ 200 ਫੁੱਟ ਥੱਲੇ ਫਸੇ ਹੋਏ ਉਹਨਾਂ ਸਾਰੇ 33 ਲੋਕਾਂ ਨੂੰ ਬਚਾ ਲੈ ਗਿਆ ਸੀ। ਤੁਸੀਂ ਪ੍ਰਾਰਥਨਾ ਸੁਣੀ ਜਾਣ ਰਾਹੀਂ ਪਰਮੇਸ਼ਵਰ ਦਾ ਅਸਤਿਤਵ ਸਾਬਿਤ ਨਹੀਂ ਕਰ ਸਕਦੇ, ਪਰ ਮੈਂ ਵੇਖਿਆ ਹੈ ਕਿ ਕੁਝ ਗੱਲਾਂ ਹੁੰਦੀਆਂ ਨੇ ਜਦੋਂ ਮੈਂ ਪ੍ਰਾਰਥਨਾ ਕਰਦਾ ਹਾਂ। ਬਹੁਤ ਸੌਖਾ ਹੈ ਪ੍ਰਾਰਥਨਾ ਦੇ ਜਵਾਬ ਨੂੰ ਇਤਫਾਕ ਕਹਿ ਕੇ ਖਾਰਿਜ ਕਰ ਦੇਣਾ। ਵਿਲੀਅਮ ਟੈਂਪਲ ਕੈਂਟਰਬਰੀ ਦੇ ਪੂਰਵ ਆਰਚ ਬਿਸ਼ਪ ਨੇ ਕਿਹਾ, ਜਦ ਮੈਂ ਪ੍ਰਾਰਥਨਾ ਕਰਦਾ ਇਤਫਾਕ ਹੁੰਦੇ ਹਨ ਅਤੇ ਜਦ ਮੈਂ ਨਹੀਂ ਕਰਦਾ ਤਾਂ ਇੰਜ ਨਹੀਂ ਹੁੰਦੇ। ਕਈ ਵਾਰੀ ਪ੍ਰਾਰਥਨਾ ਦੀ ਡਾਇਰੀ ਦਾ ਇਸਤੇਮਾਲ ਕਰਨਾ ਮੈਨੂੰ ਮਦਦਗਾਰ ਲੱਗਿਆ, ਜਾਂ ਆਪਣੀ ਪ੍ਰਾਰਥਨਾਵਾਂ ਨੂੰ ਲਿਖ ਲੈਣਾ। ਮੈਂ ਹੁਣ ਦਰਅਸਲ ਕੀ ਕਰਦਾ, ਉਹਨਾਂ ਨੂੰ ਬਾਈਬਲ 'ਚ ਲਿਖ ਲੈਂਦਾ। ਇਸ ਲਈ ਮੈਂ ਉਸ ਬਾਈਬਲ ਨੂੰ 1 ਸਾਲ ਤੱਕ ਇਸਤੇਮਾਲ ਕਰਦਾ ਅਤੇ ਹਰ ਸਾਲ ਪ੍ਰਾਰਥਨਾਵਾਂ ਲਿਖਦਾ ਹਾਂ ਅਤੇ ਫਿਰ ਜਦ ਮੈਂ ਵਾਪਸ ਆਉਂਦਾ ਉਹ ਪਾਠ ਪੜ੍ਹਨ ਲਈ ਤਾਂ ਮੈਂ ਵੇਖ ਸਕਦਾ ਉਹ ਪ੍ਰਾਰਥਨਾਵਾਂ ਜੋ ਮੈਂ ਲਿਖੀਆਂ ਸਨ ਅਤੇ ਮੈਂ ਉਹਨਾਂ ਨੂੰ ਟਿਕ ਕਰ ਸਕਦਾ, ਉਹਨਾਂ ਤੇ ਵਿਚਾਰ ਕਰ ਸਕਦਾ ਜੋ ਨਹੀਂ ਸੁਣੀਆਂ ਗਈਆਂ ਨੇ। ਪਰ ਪ੍ਰਾਰਥਨਾਵਾਂ ਕਿਸੇ ਕਿਸਮ ਦੀਆਂ ਸਲੌਟ ਮਸ਼ੀਨਾਂ ਨਹੀਂ ਹਨ ਜਿੱਥੇ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਅੰਦਰ ਪਾਉਂਦੇ ਹੋ ਅਤੇ ਬਿਲਕੁਲ ਉਹੋ ਜਿਹਾ ਜਵਾਬ ਹਾਸਲ ਕਰ ਲੈਂਦੇ ਹੋ। ਪ੍ਰਾਰਥਨਾਵਾਂ ਪਰਮੇਸ਼ਵਰ ਨਾਲ ਰਿਸ਼ਤੇ ਦੇ ਬਾਰੇ, ਇਸ ਨੂੰ ਸਮਝਾਉਣ ਦਾ ਸਿੱਧਾ ਸਾਦਾ ਤਰੀਕਾ ਇੱਕ ਟ੍ਰੈਫਿਕ ਲਾਈਟ ਵਾਂਗ ਹੈ। ਕਈ ਵਾਰੀ ਤੁਸੀਂ ਕਿਸੇ ਗੱਲ ਦੀ ਮੰਗ ਕਰਦੇ ਹੋ ਅਤੇ ਤੁਹਾਨੂੰ ਹਰੀ ਬੱਤੀ ਮਿਲਦੀ ਹੈ, ਤੁਹਾਨੂੰ ਉਹ ਮਿਲ ਜਾਂਦਾ ਜੋ ਤੁਸੀਂ ਮੰਗ ਰਹੇ ਹੋ, ਕਈ ਵਾਰੀ ਛੇਤੀ ਹੀ। ਕਈ ਵਾਰੀ ਇਹ ਬੱਤੀ ਲਾਲ ਹੁੰਦੀ ਹੈ ਅਤੇ ਇਸ ਦਾ ਮਤਲਬ ਹੈ ਨਾ। ਅਤੇ ਮੈਂ ਜਾਣਦਾ ਮੇਰੇ ਲਈ ਕਈ ਵਾਰੀ ਅਜਿਹੇ ਵੇਲੇ ਆਉਂਦੇ ਨੇ ਜਦ ਜਵਾਬ ਹੁੰਦਾ ਹੈ ਨਾ। ਮੈਂ ਇੰਨਾ ਧੰਨਵਾਦੀ ਹੁੰਦਾ ਕਿ ਪਰਮੇਸ਼ਵਰ ਨੇ ਉਹ ਬੂਹਾ ਬੰਦ ਕਰ ਦਿੱਤਾ, ਕਿਉਂਕਿ ਮਿਸਾਲ ਲਈ ਫਿਰ ਮੈਂ ਉਹ ਨਾ ਕਰ ਰਿਹਾ ਹੁੰਦਾ ਜੋ ਮੈਂ ਕਰ ਰਿਹਾ। ਉਹ ਜਾਣਦੇ ਨੇ ਮੇਰੇ ਲਈ ਸਰਬੋਤਮ ਕੀ ਹੈ। ਪਰ ਕਈ ਵਾਰੀ ਅਜਿਹੇ ਦੌਰ ਹੁੰਦੇ ਨੇ ਜਦ ਇਹ ਬਿਲਕੁਲ ਸਾਫ਼ ਨਹੀਂ ਹੁੰਦਾ ਕਿ ਆਖਿਰ ਜਵਾਬ ਨਾ ਕਿਉਂ ਹੈ, ਅਤੇ ਸ਼ਾਇਦ ਅਸੀਂ ਕਦੇ ਉਹ ਕਿਉਂ ਦੀ ਵਜ੍ਹਾ ਨਾ ਜਾਣ ਸਕੀਏ, ਅਤੇ ਸੱਚਮੁੱਚ ਮੁਸ਼ਕਿਲ ਹੋ ਸਕਦਾ ਹੈ। ਕੁਝ ਸਾਲ ਪਹਿਲਾਂ ਮੈਂ ਇੱਕ ਮੌਕੇ ਦੇ ਬਾਰੇ ਸੋਚਦਾ ਜਦ ਮੈਂ ਆਪਣੇ ਜਿਗਰੀ ਦੋਸਤਾਂ ਵਿੱਚੋਂ ਇੱਕ ਦੇ ਨਾਲ ਸਕੁਆਸ਼ ਖੇਡ ਰਿਹਾ ਸਾਂ।
ਮੇਕ ਹੌਕਿੰਸ ਦਾ ਬੈਕਹੈਂਡ ਬੜਾ ਜ਼ਬਰਦਸਤ ਹੈ। ਜਿਵੇਂ ਹੀ ਉਹ ਫੋਰਹੈਂਡ ਖੇਲਣ ਲਈ ਪਰਤਿਆ, ਉਹ ਬਸ ਹਾਰਟ ਅਟੈਕ ਨਾਲ ਉੱਥੇ ਹੀ ਮਰ ਗਿਆ। ਅਤੇ ਮੈਂ ਕਦੇ ਵੀ ਪਰਮੇਸ਼ਵਰ ਨੂੰ ਇੰਨਾ ਸ਼ਿੱਦਤ ਨਾਲ ਨਹੀਂ ਸੱਦਿਆ ਸੀ ਜਿੰਨਾ ਮੈਂ ਉਸ ਪਲ ਉਹਨਾਂ ਨੂੰ ਪੁਕਾਰਿਆ। ਉਸ ਦੇ 6 ਬੱਚੇ ਸਨ ਅਤੇ ਸਭ ਤੋਂ ਨਿੱਕਾ 6 ਸਾਲਾਂ ਦਾ ਸੀ। ਅਤੇ ਸਾਨੂੰ ਉਹਨਾਂ ਚੋਂ ਹਰ ਇੱਕ ਬੱਚੇ ਨੂੰ ਇਹ ਦੱਸਣਾ ਪੈਣਾ ਸੀ ਅਤੇ ਇਹ ਦਰਦਨਾਕ ਗੱਲ ਸੀ ਅਤੇ ਇਹ ਹੁਣ ਵੀ ਹੈ। ਅੱਜ ਮੇਰੇ ਲਈ ਸਭ ਤੋਂ ਦਰਦਨਾਕ ਗੱਲ ਹੈ। ਅਗਲੀ ਸਵੇਰ ਮੈਂ 5 ਵਜੇ ਬਾਹਰ ਸੈਰ ਕਰਨ ਗਿਆ ਕਿਉਂਕਿ ਜ਼ਾਹਿਰ ਹੈ ਮੈਂ ਸੌ ਨਹੀਂ ਸੀ ਸਕਦਾ। ਮੈਂ ਪ੍ਰਾਰਥਨਾ ਕਰ ਰਿਹਾ ਸਾਂ, ਮੈਂ ਰੋ ਰੋ ਕੇ ਪਰਮੇਸ਼ਵਰ ਨੂੰ ਪੁਕਾਰ ਰਿਹਾ ਸਾਂ, ਹੇ ਪਰਮੇਸ਼ਵਰ, ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੋਇਆ, ਪਰ ਮੈਂ ਤੁਹਾਡੇ ਤੇ ਭਰੋਸਾ ਕਰਨਾ ਬੰਦ ਨਹੀਂ ਕਰ ਰਿਹਾ। ਮੈਂ ਪ੍ਰਾਰਥਨਾ ਕਰਨੀ ਨਹੀਂ ਛੱਡਣ ਵਾਲਾ। ਕੌਰੀ ਟੈਨਬੂਮ ਨੇ ਕਿਹਾ, ਜਦ ਇੱਕ ਟ੍ਰੇਨ ਸੁਰੰਗ ਤੋਂ ਲੰਘਦੀ ਹੈ ਅਤੇ ਹਨੇਰਾ ਹੋ ਜਾਂਦਾ ਹੈ, ਤੁਸੀਂ ਟਿਕਟ ਸੁੱਟ ਨਹੀਂ ਦਿੰਦੇ ਅਤੇ ਛਾਲ ਨਹੀਂ ਮਾਰ ਦਿੰਦੇ। ਤੁਸੀਂ ਕਾਇਮ ਬੈਠੇ ਰਹਿੰਦੇ ਹੋ ਤੇ ਡਰਾਈਵਰ ਤੇ ਭਰੋਸਾ ਰੱਖਦੇ ਹੋ। ਕਿਸੇ ਹੋਰ ਵੇਲੇ ਇਹ ਬੱਤੀ ਪੀਲੀ ਹੁੰਦੀ ਹੈ, ਰੁਕੋ। ਤੁਸੀਂ ਕਿਸੇ ਗੱਲ ਲਈ ਪ੍ਰਾਰਥਨਾ ਕਰਦੇ ਹੋ, ਤੁਸੀਂ ਜੋ ਮੰਗ ਰਹੇ ਹੋ ਉਹ ਤੁਹਾਨੂੰ ਤੁਰੰਤ ਨਹੀਂ ਹਾਸਿਲ ਹੁੰਦਾ ਅਤੇ ਤੁਹਾਨੂੰ ਉਡੀਕਣਾ ਅਤੇ ਭਰੋਸਾ ਕਰਨਾ ਪੈਂਦਾ ਹੈ। ਜੇ ਇੱਕ 5 ਸਾਲ ਦਾ ਬੱਚਾ ਤੁਹਾਡੇ ਤੋਂ ਕਾਰ ਚਲਾਉਣ ਦੀ ਮੰਗ ਰੱਖਦਾ ਹੈ, ਤੁਸੀਂ ਕਹਿੰਦੇ ਹੋ ਨਾ, ਪਰ ਤੁਹਾਡਾ ਇਹ ਮਤਲਬ ਨਹੀਂ ਹੈ ਕਿ ਕਦੇ ਵੀ ਕਾਰ ਨਾ ਚਲਾਏ, ਸਗੋਂ ਇਹ ਕਿ ਹਲੇ ਤੂੰ ਵੱਡਾ ਹੋ ਜਾ। ਸਿਰਫ ਇਸ ਲਈ ਕਿ ਹੁਣ ਇਸ ਵੇਲੇ ਤੁਹਾਡੇ ਲਈ ਕੁਝ ਨਹੀਂ ਹੋ ਰਿਹਾ, ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਕਦੇ ਵੀ ਨਹੀਂ ਹੋਏਗਾ। ਪਰਮੇਸ਼ਵਰ ਦੀ ਟਾਈਮਿੰਗ ਮੁਕੰਮਲ ਹੁੰਦੀ ਹੈ। ਮੈਂ ਕਦੇ ਵੀ ਕਿਤੇ ਵੀ ਪ੍ਰਾਰਥਨਾ ਕਰਦਾ ਹਾਂ। ਮੈਂ ਗੋਡਿਆਂ ਤੇ ਵੱਲ ਗਿਰ ਕੇ ਪ੍ਰਾਰਥਨਾ ਨਹੀਂ ਕਰਦੀ, ਪਰ ਮੈਂ ਜ਼ਰੂਰ ਕੁਝ ਗੱਲਾਂ ਦੀ ਉਮੀਦ ਰੱਖਦੀ ਹਾਂ ਤੇ ਮੇਰੇ ਖਿਆਲ 'ਚ ਉਹ ਪ੍ਰਾਰਥਨਾ ਕਰਨ ਵਰਗਾ ਹੈ। ਜਦ ਉਹਨਾਂ ਨਾਲ ਗੱਲ ਕਰਨੀ ਹੋਏ ਤਾਂ ਪ੍ਰਾਰਥਨਾ ਕਰਦੀ ਹਾਂ, ਜਾਂ ਜਦੋਂ ਮੈਨੂੰ ਮਾਰਗਦਰਸ਼ਨ ਦੀ ਲੋੜ ਹੋਵੇ। ਮੇਰੀ ਹਰ ਜਰਨਲ ਐਂਟਰੀ ਦਾ ਨਾਮ ਹੁੰਦਾ ਹੈ ਪਿਆਰੇ ਪਰਮੇਸ਼ਰ। ਉਹ ਇਹ ਤੁਹਾਡੇ ਸੱਚਮੁੱਚ? ਨਾਲ ਅਜੀਬ ਹੈ। ਇਹ ਪ੍ਰਾਰਥਨਾ ਦੀ ਪੁਸਤਕ ਹੈ, ਮੈਂ ਇਸ ਨੂੰ ਹਮੇਸ਼ਾ ਆਪਣੇ ਨਾਲ ਰੱਖਦੀ ਹਾਂ। ਧੰਨਵਾਦ ਦੇਣ ਲਈ। ਜ਼ਿਆਦਾਤਰ जब तुसी अपने परमेश्वर तो खाने ते प्रार्थना करते हाँ, पता नहीं ਮੇਰੇ ਖਿਆਲ 'ਚ ਮੈਂ ਇਸ ਨੂੰ ਖਾਮੋਸ਼ ਰੱਖਣਾ ਹੀ ਪਸੰਦ ਕਰਾਂਗੀ, ਜਾਂ ਬਿਲਕੁਲ ਚੁੱਪਚਾਪ। ਇਹ ਕਿਸੇ ਨਾਲ ਵੀ ਗੱਲ ਕਰਨ ਵਰਗਾ ਹੈ, ਪਰ ਤੁਸੀਂ ਪਰਮੇਸ਼ਵਰ ਨਾਲ ਗੱਲ ਕਰਦੇ ਹੋ। ਮੈਂ ਕਦੇ ਮੰਚ ਪ੍ਰਾਰਥਨਾ ਕਰਦਾ, ਕਦੇ ਉੱਚਾ ਬੋਲ ਕੇ। ਮੈਂ ਬਸ ਇੱਕ ਤਰ੍ਹਾਂ ਨਾਲ ਉਸ ਤੇ ਵਿਚਾਰ ਰੱਖਦੀ ਹਾਂ, ਉਹ ਆਈਡੀਆ ਉੱਥੇ ਰੱਖ ਦਿੰਨੀ ਆ, ਫਿਰ ਆਪਣੇ ਕੰਮ 'ਚ ਲੱਗ ਜਾਂਦੀ ਹਾਂ ਤੇ ਸੋਚਦੀ ਹਾਂ ਕਿ ਸਭ ਠੀਕ ਹੋ ਜਾਏਗਾ। ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਜਿਵੇਂ ਹੁਣੇ ਤੁਹਾਡੇ ਨਾਲ ਕਰ ਰਹੀ ਹਾਂ। ਮੈਂ ਕਹਾਂਗਾ ਕਿ ਉੱਥੇ 3 ਕਿਸਮ ਦੇ ਸੁਝਾਅ ਹਨ। ਜਦ ਪ੍ਰਾਰਥਨਾ ਦੀ ਗੱਲ ਆਉਂਦੀ ਹੈ, ਇਹਨੂੰ ਸਿੱਧੀ ਸਾਦੀ ਰੱਖੋ, ਇਹਨੂੰ ਇਮਾਨਦਾਰੀ ਨਾਲ ਕਰੋ ਤੇ ਇਹਨੂੰ ਮੁਸਲਸਲ ਕਰਦੇ ਰਹੋ। ਇਹਨੂੰ ਸਾਦਾ ਰੱਖਣ ਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਪ੍ਰਾਰਥਨਾ ਇੰਨੀ ਸੌਖੀ ਬਣਾਉਣੀ ਹੈ ਕਿ ਜਿੰਨਾ ਸੌਖਾ ਹੋ ਸਕੇ। ਇਹਨੂੰ ਬਸ ਇੱਕ ਜੁਮਲੇ ਤੱਕ ਘਟਾ ਦਿਓ। ਇਹ ਕਈ ਵਾਰੀ 5 ਮਿੰਟ ਵੀ ਹੋਣੀ ਚਾਹੀਦੀ ਹੈ, 10 ਮਿੰਟ ਵੀ ਹੋ ਸਕਦੀ ਹੈ, ਅੱਧਾ ਘੰਟਾ ਵੀ ਹੋ ਸਕਦੀ ਹੈ। ਫਿਰ ਇਹਨੂੰ ਇਮਾਨਦਾਰ ਰੱਖੋ। ਅਸੀਂ ਅਕਸਰ ਸੋਚਦੇ ਹਾਂ ਕਿ ਪ੍ਰਾਰਥਨਾ ਕਰਨ ਲਈ ਸਾਨੂੰ ਇੱਕ ਖਾਸ ਮੂਡ 'ਚ ਹੋਣਾ ਚਾਹੀਦਾ। ਇਸ ਲਈ ਪ੍ਰਾਰਥਨਾ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਸ਼ਾਂਤੀ ਵਿੱਚ ਹੋਣਾ ਚਾਹੀਦਾ ਜਾਂ ਸਾਨੂੰ ਜੋਸ਼ 'ਚ ਹੋਣਾ ਚਾਹੀਦਾ ਪ੍ਰਭੂ ਦੇ ਬਾਰੇ। ਸੱਚਾਈ ਤਾਂ ਇਹ ਹੈ ਕਿ ਜ਼ਿਆਦਾਤਰ ਵੇਲੇ ਅਸੀਂ ਇੱਕ ਬਿਲਕੁਲ ਹੀ ਵੱਖ ਮੂਡ 'ਚ ਹੁੰਦੇ ਹਾਂ। ਤਾਂ ਜਾਂ ਤਾਂ ਅਸੀਂ ਚਿੰਤਤ ਹੁੰਦੇ ਹਾਂ, ਕਿ ਜਾਂ ਅਸੀਂ ਥੱਕੇ ਹੋਏ ਹੁੰਦੇ ਹਾਂ, ਜਾਂ ਅਸੀਂ ਕਿਸੇ ਗੱਲ ਬਾਰੇ ਹਤਾਸ਼ ਹੁੰਦੇ ਹਾਂ, ਜਾਂ ਅਸੀਂ ਕਿਸੇ ਗੱਲ ਬਾਰੇ ਗੁੱਸੇ 'ਚ ਹੁੰਦੇ ਹਾਂ। ਰਾਜ ਸੱਚਮੁੱਚ ਇਹ ਹੈ ਕਿ ਅਸੀਂ ਜਾਣ ਲਈਏ ਕਿ ਇਹਨਾਂ 'ਚੋਂ ਹਰ ਇੱਕ ਅਹਿਸਾਸ, ਇੱਥੋਂ ਤੱਕ ਕਿ ਨਕਾਰਾਤਮਕ ਵੀ, ਮੈਂ ਕਹਾਂਗਾ ਕਿ ਕ੍ਰੋਧ ਵੀ, ਇੱਥੋਂ ਤੱਕ ਕਿ ਵਾਸਨਾ ਵੀ ਪ੍ਰਾਰਥਨਾ ਲਈ ਈਂਧਨ ਦਾ ਕੰਮ ਕਰ ਸਕਦੇ ਨੇ। ਇਹ ਪ੍ਰਾਰਥਨਾ 'ਚ ਤਬਦੀਲ ਹੋ ਸਕਦੇ ਨੇ। ਮੈਂ ਪ੍ਰਾਰਥਨਾ ਸ਼ੁਰੂ ਕਰਦਾ, ਮੈਂ ਉਸ ਤੇ ਧਿਆਨ ਲਾਉਂਦਾ ਜੋ ਮੇਰੇ ਦਿਲ 'ਚ ਦੱਬਿਆ ਹੋਇਆ ਹੈ। ਜੇ ਇਹ ਸਕਾਰਾਤਮਕ ਭਾਵਨਾ ਹੈ ਜਿਵੇਂ ਖੁਸ਼ੀ, ਮੈਂ ਇਹ ਖੁਸ਼ੀ ਪਰਮੇਸ਼ਵਰ ਨੂੰ ਅਰਪਿਤ ਕਰਦਾ ਹਾਂ। ਜੇ ਇਹ ਨਕਾਰਾਤਮਕ ਭਾਵਨਾ ਹੈ ਜਿਵੇਂ ਹਤਾਸ਼ਾ ਜਾਂ ਥਕਾਨ, ਮੈਂ ਉੱਥੋਂ ਸ਼ੁਰੂ ਕਰਦਾ ਹਾਂ ਅਤੇ ਮੈਂ ਪ੍ਰਭੂ ਨੂੰ ਆਖਦਾ ਹਾਂ, ਹੇ ਪ੍ਰਭੂ, ਮੈਂ ਥੱਕਿਆ ਹੋਇਆ ਹਾਂ ਜਾਂ ਮੈਂ ਹਤਾਸ਼ ਹਾਂ। ਤੇ ਮੈਂ ਇੱਕ ਤਰ੍ਹਾਂ ਨਾਲ ਪ੍ਰਭੂ ਨੂੰ ਆਪਣੀ ਹਤਾਸ਼ਾ ਬਾਰੇ ਕਾਰਨ ਜ਼ਾਹਰ ਕਰਦਾ ਹਾਂ ਤੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਵਿੱਚ ਤਬਦੀਲ ਕਰਦਾ ਤੇ ਫਿਰ ਉਸ ਨੂੰ ਕਰਦਾ ਰਹਿਣਾ। ਅਸੀਂ ਹਰ ਵੇਲੇ ਪ੍ਰਾਰਥਨਾ ਕਰ ਸਕਦੇ ਹਾਂ। ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਪ੍ਰਾਰਥਨਾ ਕਰ ਸਕਦਾ ਹਾਂ। ਮੈਂ ਬਸ ਪ੍ਰਭੂ ਨੂੰ ਸਿੱਧੇ ਕਹਿ ਸਕਦਾ, ਪ੍ਰਭੂ ਮੈਂ ਤੁਹਾਨੂੰ ਪ੍ਰੇਮ ਕਰਦਾ ਜਾਂ ਯਿਸੂ ਮੇਰੀ ਮਦਦ ਕਰੋ। ਮੈਂ ਕਿਸੇ ਵੀ ਹਾਲਾਤ 'ਚ ਇਹ ਕਰ ਸਕਦਾ। ਜਦ ਮੈਂ ਚਰਚ ਵਿੱਚ ਹੁੰਨਾ, ਜਦ ਮੈਂ ਆਪਣੇ ਕਮਰੇ 'ਚ ਹੁੰਨਾ, ਸੌਣ ਜਾਣ ਤੋਂ ਪਹਿਲਾਂ, ਖਾਣ ਤੋਂ ਪਹਿਲਾਂ, ਹਾਂ, ਪਰ ਤਦ ਵੀ ਜਦ ਮੈਂ ਤੁਰ ਰਿਹਾ ਹੁੰਨਾ, ਜਦ ਮੈਂ ਗੱਡੀ ਚਲਾ ਰਿਹਾ ਹੁੰਨਾ, ਅਕਸਰ ਮੈਂ ਮਹਿਸੂਸ ਕਰਦਾ ਕਿ ਮੈਂ ਪ੍ਰਾਰਥਨਾ ਕਰ ਰਿਹਾ। ਬਿਨਾਂ ਪ੍ਰਾਰਥਨਾ ਦਾ ਫੈਸਲਾ ਕੀਤੇ, ਬਸ ਇਸ ਲਈ ਕਿ ਇਹ ਇੱਕ ਤਰ੍ਹਾਂ ਦੀ ਆਦਤ ਬਣ ਗਈ ਹੈ। ਤਾਂ ਇਸ ਨੂੰ ਸਦਾ ਰੱਖੋ, ਇਸ ਨੂੰ ਇਮਾਨਦਾਰ ਰੱਖੋ ਤੇ ਇਸ ਨੂੰ ਕਰਦੇ ਰਹੋ। ਆਪਣੇ ਮਸੀਹੀ ਜੀਵਨ ਦੇ ਦੌਰਾਨ ਮੈਂ ਕਈ ਵੱਖ-ਵੱਖ ਤਰੀਕਿਆਂ ਨਾਲ ਪ੍ਰਾਰਥਨਾ ਕੀਤੀ ਹੈ, ਪਰ ਕਈ ਵਾਰ ਇਹ ਸੱਚਮੁੱਚ ਫਾਇਦੇਮੰਦ ਹੁੰਦਾ ਹੈ ਕਿ ਇੱਕ ਗਾਈਡ ਰਹੇ ਜੋ ਤੁਹਾਨੂੰ ਚੇਤੇ ਕਰਾਉਣ ਲਈ ਮਦਦ ਕਰੇ ਕਿ ਕਿਸ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ। ਪ੍ਰਭੂ ਦੀ ਪ੍ਰਾਰਥਨਾ ਇੱਕ ਸਾਧਨ ਦੇ ਰੂਪ 'ਚ। ਮੇਰੇ ਇੱਕ ਦੋਸਤ ਨੇ ਜੋ ਮੈਨੂੰ ਦੱਸਿਆ, ਉਹ ਮੈਨੂੰ ਸੱਚਮੁੱਚ ਮਦਦਗਾਰ ਲੱਗਿਆ। ਉਹਨੇ ਕਿਹਾ 3 ਸ਼ਬਦ ਕਹਿੰਦੇ ਰਹੋ, ਧੰਨਵਾਦ, ਖਿਮਾ ਤੇ ਕਿਰਪਾ।
ਤਾਂ ਧੰਨਵਾਦ ਦਾ ਮਤਲਬ ਹੈ ਕਿ ਇੱਕ ਕਿਸਮ ਦਾ ਰਵੱਈਆ, ਧੰਨਵਾਦੀ ਰਵੱਈਆ ਉੱਪਰ ਲਿਆਉਣ ਦੀ ਕੋਸ਼ਿਸ਼ ਕਰਨਾ ਤੇ ਪ੍ਰਭੂ ਦੀ ਸਤੁਤੀ ਕਰਨਾ ਉਸ ਸਭ ਲਈ ਜੋ ਉਹਨਾਂ ਨੇ ਤੁਹਾਨੂੰ ਦਿੱਤਾ ਹੈ। ਤੇ ਮੈਂ ਕੋਸ਼ਿਸ਼ ਕਰਦਾ ਕਿ ਪਹਿਲਾਂ ਆਪਣੀਆਂ ਅਸੀਸਾਂ ਗਿਣਾ ਤੇ ਸਮੱਸਿਆਵਾਂ ਨੂੰ ਬਾਅਦ ਦੇ ਵਿੱਚ। ਅਤੇ ਇਹ ਸੱਚਮੁੱਚ ਬਹੁਤ ਅਹਿਮ ਹੈ ਕਹਿਣਾ ਕਿ ਮਾਫ ਕਰੋ। ਇੱਕ ਵਾਰ ਮੈਂ ਇਹ ਪ੍ਰਾਰਥਨਾ ਸੁਣੀ ਸੀ ਜੋ ਇਸ ਤਰ੍ਹਾਂ ਸੀ, ਹੁਣ ਤੱਕ ਪ੍ਰਭੂ ਮੈਂ ਸਭ ਕੁਝ ਠੀਕ ਠਾਕ ਕੀਤਾ ਹੈ। ਮੈਂ ਚੁਗਲੀ ਨਹੀਂ ਕੀਤੀ ਅਤੇ ਨਾ ਹੀ ਕ੍ਰੋਧ ਕੀਤਾ ਹੈ। ਮੈਂ ਲਾਲਚੀ ਨਹੀਂ ਬਣਿਆ, ਬਦਮਿਜਾਜ਼ ਅਤੇ ਬਦਤਮੀਜ਼। ਪਰ ਕੁਝ ਹੀ ਚਿਰ ਬਾਅਦ ਮੈਨੂੰ ਆਪਣੇ ਬਿਸਤਰੇ ਤੋਂ ਬਾਹਰ ਨਿਕਲਣਾ ਪਏਗਾ ਅਤੇ ਉਸ ਦੇ ਬਾਅਦ ਮੈਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਪਏਗੀ। ਮੈਂ ਹਮੇਸ਼ਾ ਵੇਖਿਆ ਹੈ ਕਿ ਇਕਰਾਰ ਕਰਨ ਲਈ ਬਹੁਤ ਸਾਰੀਆਂ ਗੱਲਾਂ ਹਨ। ਸਵਾਲ ਅਕਸਰ ਉੱਠਦਾ ਹੈ, ਖੈਰ ਸਾਨੂੰ ਆਪਣੇ ਪਾਪ ਕਬੂਲਣ ਦੀ ਆਖਿਰ ਲੋੜ ਹੀ ਕਿਉਂ ਪੈਂਦੀ ਹੈ? ਮੇਰਾ ਮਤਲਬ ਯੀਸ਼ੂ ਸਾਡੇ ਲਈ ਮੋਏ, ਯਕੀਨਨ ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਹੈ। ਪਤਾ ਹੈ ਯੀਸ਼ੂ ਨੂੰ ਇਹ ਕਹਿਣ ਦੀ ਲੋੜ ਕਿਉਂ ਪਈ, ਸਾਡੇ ਪਾਪ ਮਾਫ ਕਰੋ, ਜਦਕਿ ਪਹਿਲਾਂ ਤੋਂ ਹੀ ਅਸੀਂ ਮਾਫ ਕੀਤੇ ਗਏ? ਖੈਰ ਯੀਸ਼ੂ ਨੇ ਸਾਨੂੰ ਇਹ ਯੂਜੂਅਲ ਏਡ ਦਿੱਤੀ ਹੈ। ਯੀਸ਼ੂ ਦੇ ਸਲੀਬ ਤੋਂ ਚੜਨ ਤੋਂ ਪਹਿਲੇ ਦੀ ਰਾਤ ਉਹ ਆਪਣੇ ਚੇਲਿਆਂ ਨਾਲ ਖਾਣਾ ਖਾ ਰਹੇ ਸਨ। ਉਹਦੇ ਬਾਅਦ ਉਹਨਾਂ ਨੇ ਇੱਕ ਤੌਲੀਆ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣ ਲੱਗੇ। ਜਦੋਂ ਪਤਰਸ ਦੇ ਪੈਰ ਧੋਣ ਆਏ, ਉਹਨੇ ਕਿਹਾ ਨਹੀਂ ਨਹੀਂ ਪ੍ਰਭੂ ਮੇਰੇ ਪੈਰ ਨਾ ਧੋ। ਪਰ ਯੀਸ਼ੂ ਨੇ ਕਿਹਾ ਜਦ ਤੱਕ ਮੈਂ ਤੇਰੇ ਪੈਰ ਨਾ ਧੋ ਲਵਾਂ ਤੂੰ ਮੇਰਾ ਭਾਗ ਨਹੀਂ ਹੋਵੇਂਗਾ। ਤਾਂ ਪਤਰਸ ਇਸ ਦੇ ਜਵਾਬ 'ਚ ਕਹਿੰਦਾ ਹੈ, ਖੈਰ ਤਾਂ ਫਿਰ ਤੂੰ ਮੇਰਾ ਪੂਰਾ ਸਰੀਰ ਹੀ ਧੋ ਦੇ। ਤੇ ਯੀਸ਼ੂ ਆਖਦੇ ਹਨ, ਨਹੀਂ ਨਹੀਂ ਤੈਨੂੰ ਆਪਣਾ ਪੂਰਾ ਸਰੀਰ ਧੋਣ ਦੀ ਲੋੜ ਨਹੀਂ। ਇੱਕ ਬੰਦਾ ਜੋ ਨਹਾਇਆ ਹੋਵੇ ਉਹਨੂੰ ਇੱਕ ਹੋਰ ਸਨਾਨ ਦੀ ਲੋੜ ਨਹੀਂ, ਤੁਹਾਨੂੰ ਬਸ ਆਪਣੇ ਪੈਰ ਧੋਣ ਦੀ ਲੋੜ ਹੈ। ਤਾਂ ਜਦ ਤੁਸੀਂ ਮਸੀਹ ਦੇ ਕੋਲ ਆਉਂਦੇ ਹੋ ਤੁਹਾਡਾ ਪੂਰਾ ਸਰੀਰ ਧੁਲ ਜਾਂਦਾ ਹੈ। ਤੁਹਾਡਾ ਅਤੀਤ, ਤੁਹਾਡਾ ਵਰਤਮਾਨ, ਤੁਹਾਡਾ ਭਵਿੱਖ ਪੂਰੀ ਤਰ੍ਹਾਂ ਮਾਫ ਕੀਤਾ ਗਿਆ। ਤੇ ਜਿਵੇਂ ਜਿਵੇਂ ਅਸੀਂ ਆਪਣਾ ਦਿਨ ਗੁਜ਼ਾਰਦੇ ਹਾਂ ਅਸੀਂ ਇੱਕ ਤਰ੍ਹਾਂ ਨਾਲ ਆਪਣੇ ਪੈਰ ਗੰਦੇ ਕਰ ਲੈਂਦੇ ਹਾਂ, ਪਰ ਪੂਰੀ ਤਰ੍ਹਾਂ ਸਾਨੂੰ ਉਂਝ ਹੀ ਸ਼ੁਰੂ ਕਰਨ ਦੀ ਲੋੜ ਨਹੀਂ। ਮਸੀਹੀ ਬਣਨ ਲਈ ਬਸ ਹਰ ਰੋਜ਼ ਦੀ ਸਫਾਈ ਕਰੋ। ਅਖੀਰ 'ਚ ਪਲੀਜ਼ ਕਹਿਣਾ ਚੰਗਾ ਰਹਿੰਦਾ ਹੈ। ਯੀਸ਼ੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਇਸ ਲਈ ਦੂਜਿਆਂ ਲਈ ਪ੍ਰਾਰਥਨਾ ਕਰੋ ਅਤੇ ਆਪਣੇ ਲਈ ਪ੍ਰਾਰਥਨਾ ਕਰੋ। ਕੋਈ ਵੀ ਗੱਲ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਪਰਮੇਸ਼ਰ ਤੋਂ ਮੰਗੋ। ਕਿਸੇ ਵੀ ਵੇਲੇ ਪ੍ਰਾਰਥਨਾ ਕਰੋ। ਤੁਹਾਡਾ ਆਪਣੇ ਆਪ ਲਈ ਪ੍ਰਾਰਥਨਾ ਕਰਨਾ ਵਧੀਆ ਹੁੰਦਾ ਹੈ ਤੇ ਕਿਸੇ ਹੋਰ ਵੇਲੇ ਬਿਹਤਰ ਹੁੰਦਾ ਦੂਜਿਆਂ ਨਾਲ ਪ੍ਰਾਰਥਨਾ ਕੀਤੀ ਜਾਵੇ। ਮੈਨੂੰ ਯਾਦ ਹੈ ਪਹਿਲੀ ਵਾਰੀ ਜਦ ਮੈਂ ਕਿਸੇ ਹੋਰ ਨਾਲ ਪ੍ਰਾਰਥਨਾ ਕੀਤੀ, ਇਹ ਦੋ ਸਭ ਤੋਂ ਕਰੀਬੀ ਦੋਸਤਾਂ ਨਾਲ ਸੀ, ਨਿੱਕੀ ਐਂਡ ਸਿਲਲੀ। ਮੈਂ 2 ਜਾਂ 3 ਹਫ਼ਤੇ ਪਹਿਲਾਂ ਤੋਂ ਹੀ ਮਸੀਹੀ ਹੋਇਆ ਸਾਂ ਅਤੇ ਉਹਨਾਂ ਨਾਲ ਛੁੱਟੀਆਂ ਮਨਾ ਰਿਹਾ ਸਾਂ। ਸਿਲਾ ਨੇ ਸੁਝਾਅ ਦਿੱਤਾ ਚਲੋ ਰਲ ਕੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰੀਏ। ਤਾਂ ਅਸੀਂ ਸ਼ਾਇਦ 2 ਮਿੰਟ ਤੱਕ ਪ੍ਰਾਰਥਨਾ ਕੀਤੀ, ਬਹੁਤ ਲੰਮੇ ਵਿਰਾਮ ਲਾ ਕੇ ਅਤੇ ਗੈਪਸ ਲੈ ਕੇ। ਉਹਨਾਂ 2 ਮਿੰਟਾਂ 'ਚ ਅਤੇ ਉਸ ਦੇ ਅਖੀਰ 'ਚ ਮੇਰੀ ਕਮੀਜ਼ ਪਸੀਨੇ ਨਾਲ ਤਰਬਤਰ ਸੀ। ਮੈਂ ਨਾ ਘਬਰਾਇਆ ਹੋਇਆ ਸੀ, ਬਸ ਪਹਿਲੀ ਵਾਰੀ ਉੱਚੀ ਆਵਾਜ਼ 'ਚ ਪ੍ਰਾਰਥਨਾ ਕਰ ਰਿਹਾ ਸੀ। ਪਰ ਇਹ ਬਹੁਤ ਹੀ ਸ਼ਾਨਦਾਰ ਅਨੁਭਵ ਸੀ। ਕੁਝ ਸਾਲਾਂ 'ਚ ਮੈਂ ਮਹਿਸੂਸ ਕੀਤਾ ਕਿ ਪ੍ਰਾਰਥਨਾ ਕਰਨਾ ਇੱਕ ਕਮਾਲ ਦਾ ਅਹਿਸਾਸ ਹੈ। ਮੈਂ ਵੇਖਿਆ ਹੈ ਪਰਮੇਸ਼ਵਰ ਨੂੰ ਕੁਝ ਸਾਰੀਆਂ ਪ੍ਰਾਰਥਨਾ ਦਾ ਜਵਾਬ ਦਿੰਦੇ ਹੋਏ ਅਤੇ ਇਸ ਨੇ ਪਰਮੇਸ਼ਵਰ ਨਾਲ ਮੇਰੇ ਰਿਸ਼ਤੇ 'ਚ ਸੱਚਮੁੱਚ ਮਦਦ ਕੀਤੀ। ਅਤੇ ਤੁਸੀਂ ਅੱਜ ਹੀ ਸ਼ੁਰੂ ਕਰ ਸਕਦੇ ਹੋ। ਅਸਲ 'ਚ ਤੁਸੀਂ ਇਸੇ ਵੇਲੇ ਸ਼ੁਰੂ ਕਰ ਸਕਦੇ ਹੋ। ਚਲੋ ਪ੍ਰਾਰਥਨਾ ਕਰੀਏ। ਪ੍ਰਭੂ ਧੰਨਵਾਦ ਕਿ ਤੁਸੀਂ ਸਾਡੇ ਸੁਰਗ ਦੇ ਪਿਤਾ ਹੋ, ਕਿ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਹੋਰ ਬਿਹਤਰ ਜਾਣਾ ਜਦ ਮੈਂ ਪ੍ਰਾਰਥਨਾ ਕਰਾਂ। ਯਿਸੂ ਦੇ ਨਾਂ ਤੇ ਆਮੀਨ।